ਹੈਲੋ एवरीवन ਐਂਡ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵੈਲਕਮ ਬੈਕ ਟੂ ਸਟੱਡੀ ਵਿਦ ਸੁਨੀਲ ਜਿੰਦਲ। ਅੱਜ ਆਪਾਂ ਇਸ ਵੀਡੀਓ ਦੇ ਵਿੱਚ ਦੇਖਾਂਗੇ ਆਪਣੀ ਔਨਗੋਇੰਗ ਸੀਰੀਜ਼ ਦਾ ਸੈਟ 6 ਜਿਹੜਾ ਕਿ ਤੁਹਾਨੂੰ ਪੀਪੀਐਸਸੀ ਦੇ ਨਾਇਬ ਤਹਿਸੀਲਦਾਰ ਦੇ ਐਗਜ਼ਾਮ ਵਿੱਚ ਡੈਫੀਨੇਟਲੀ ਹੈਲਪ ਕਰੇਗਾ, ਨਾਲੇ ਹੋਰ ਐਗਜ਼ਾਮ ਵੀ ਜਿਹੜੇ ਉਹਨਾਂ ਵਿੱਚ ਡੈਫੀਨੇਟਲੀ ਹੈਲਪ ਕਰੇਗਾ। ਤਾਂ ਆਲਰੇਡੀ ਆਪਾਂ 60 ਕੁਐਸਚਨ ਕਵਰ ਕਰ ਚੁੱਕੇ ਹਾਂ। ਦੈਟ ਮੀਨਸ ਅੱਜ ਆਪਾਂ ਵੀਡੀਓ ਦੇ ਵਿੱਚ ਕੁਐਸਚਨ ਡਿਸਕਸ ਕਰਾਂਗੇ ਕੁਐਸਚਨ ਨੰਬਰ 61। ਤਾਂ ਅੱਜ ਦਾ ਜਿਹੜਾ ਪਹਿਲਾ ਕੁਐਸਚਨ ਹੈ ਉਹ ਗੱਲ ਕਰ ਰਿਹਾ ਹੈਗਾ ਸਿਆਚਿਨ ਗਲੇਸ਼ੀਅਰ ਬਾਰੇ। ਦੋ ਸਟੇਟਮੈਂਟ ਦਿੱਤੀਆਂ ਤੇ ਪੁੱਛਿਆ ਗਿਆ ਹੈਗਾ ਕਿਹੜੀ ਸਟੇਟਮੈਂਟ ਕਰੈਕਟ ਹੈ। ਇੱਕ ਕਰੈਕਟ ਹੈ, ਦੋਨੋਂ ਨੇ ਜਾਂ ਦੋਨੋਂ ਵੀ ਵਿੱਚੋਂ ਕੋਈ ਵੀ ਨਹੀਂ। ਪਹਿਲੀ ਸਟੇਟਮੈਂਟ ਕਹਿ ਰਹੀ ਹੈ ਇਟ ਲੋਕੇਟਡ ਇਨ ਦਾ ਈਸਟਰਨ ਕਰਾਕੋਰਮ ਰੇਂਜ ਇਨ ਦਾ ਹਿਮਾਲਿਆ। ਇਹ ਕਹਿ ਰਿਹਾ ਵੀ ਸਿਆਚਿਨ ਗਲੇਸ਼ੀਅਰ ਜਿਹੜਾ ਹੈ ਉਹ ਹਿਮਾਲਿਆ ਦੀ ਕਰਾਕੋਰਮ ਰੇਂਜ ਜਿਹੜੀ ਹੈ ਉਹਦੇ ਈਸਟਰਨ ਸਾਈਡ ਦੇ ਵਿੱਚ ਲੋਕੇਟ ਕਰਦਾ ਹੈ। ਤੇ ਸੈਕਿੰਡ ਗੱਲ ਕਰ ਰਿਹਾ ਇਟ ਇਜ਼ ਕਰੰਟਲੀ ਅੰਡਰ ਦਾ ਐਡਮਿਨਿਸਟ੍ਰੇਸ਼ਨ ਆਫ ਇੰਡੀਆ ਸਿੰਸ 1984 ਆਪਰੇਸ਼ਨ ਮੇਘਦੂਤ। ਦੈਟ ਮੀਨਸ ਕਿ ਜਿਹੜਾ ਸਿਆਚਿਨ ਗਲੇਸ਼ੀਅਰ ਹੈ ਉਹ ਇੰਡੀਆ ਦੇ ਐਡਮਿਨਿਸਟ੍ਰੇਸ਼ਨ ਦੇ ਅੰਡਰ ਹੈ 1984 ਆਫਟਰ ਆਪਰੇਸ਼ਨ ਮੇਘਦੂਤ। ਪਹਿਲਾਂ ਤਾਂ ਆਪਾਂ ਨਾ ਜਿਹੜੀ ਗੱਲ ਹੈ ਕਰਾਕੋਰਮ ਰੇਂਜ ਵਾਲੀ ਉਹ ਬਿਲਕੁਲ ਐਗਜ਼ੈਕਟਲੀ ਸਹੀ ਹੈ। ਮੈਂ ਤੁਹਾਨੂੰ ਇੱਕ ਵਾਰ ਮੈਪ 'ਚ ਦਿਖਾ ਦਿੰਦਾ। ਇਹ ਆਹ ਦੇਖੋ, ਤੁਸੀਂ ਆਹ ਮੈਪ ਦੇਖੋ ਪਹਿਲਾਂ। ਤਾਂ ਜਦੋਂ ਆਪਾਂ ਗੱਲ ਕਰਦੇ ਹਾਂ ਹਿਮਾਲਿਆਸ ਦੀ, ਤਾਂ ਜਿਹੜਾ ਜੰਮੂ ਐਂਡ ਕਸ਼ਮੀਰ ਦੇ ਵਿੱਚ ਆਪਾਂ ਕਰਾਕੋਰਮ ਰੇਂਜ ਦੀ ਗੱਲ ਕਰਦੇ ਹਾਂ ਤਾਂ ਉਹਦੇ ਈਸਟਰਨ ਸਾਈਡ ਦੇ ਵਿੱਚ ਹੈਗਾ। ਇਹ ਤੁਸੀਂ ਦੇਖ ਰਹੇ ਹੋ ਮੋਸਟਲੀ ਕਸ਼ਮੀਰ ਦਾ ਮੈਪ ਦੇਖ ਰਹੇ ਹੋ। ਅਤੇ ਜਿਹੜਾ ਆਹ ਪਾਰਟ ਜਿਹੜਾ ਅਕਸਾਈ ਚੀਨ ਦਾ ਹੈਗਾ ਅਤੇ ਜਿਹੜਾ ਆ ਹੈ ਪਾਕ ਓਕਿਊਪਾਈਡ ਕਸ਼ਮੀਰ ਹੈ। ਦੈਟ ਮੀਨਸ ਪਾਕਿਸਤਾਨ ਦਾ ਕਬਜ਼ਾ ਹੈ ਇਸ ਪਾਰਟ ਦੇ ਉੱਪਰ। ਹਾਲਾਂਕਿ ਜਦੋਂ ਵੀ ਆਪਾਂ ਇੰਡੀਆ ਦਾ ਪੋਲੀਟੀਕਲ ਮੈਪ ਬਣਾਉਂਦੇ ਹਾਂ ਆਪਾਂ ਇਹਨੂੰ ਜਿਹੜਾ ਹੈਗਾ ਇਹ ਸਾਰੇ ਹੀ ਪਾਰਟ ਨੂੰ ਆਪਾਂ ਇੰਡੀਆ ਦਾ ਪਾਰਟ ਰਿਪਰੈਜ਼ੈਂਟ ਕਰਦੇ ਹਾਂ ਉਹਦੇ ਵਿੱਚ। ਹੁਣ ਜੇ ਆਪਾਂ ਕੁਐਸਚਨ ਵਾਈਜ਼ ਗੱਲ ਕਰੀਏ ਕਿ ਗਲੇਸ਼ੀਅਰ ਤਾਂ ਚਲੋ ਹੈਗਾ, ਆਪਾਂ ਨੂੰ ਪਤਾ ਹੈ ਵੀ ਸਿਆਚਿਨ ਗਲੇਸ਼ੀਅਰ ਹੈ। ਪਹਿਲੀ ਸਟੇਟਮੈਂਟ ਸਹੀ ਹੈ ਅਤੇ ਦੂਜੀ ਵੀ ਸਹੀ ਹੈ ਕਿਉਂਕਿ ਆਪਰੇਸ਼ਨ ਮੇਘਦੂਤ ਦੇ ਬਾਅਦ ਤੋਂ ਜਿਹੜਾ ਇਹਦਾ ਐਡਮਿਨਿਸਟ੍ਰੇਸ਼ਨ ਹੈ ਆਪਣੇ ਇੰਡੀਆ ਦੇ ਅੰਡਰ ਹੀ ਹੈਗਾ। ਜਦੋਂ ਵੀ ਇਹ ਗਲੇਸ਼ੀਅਰ ਮੈਲਟ ਹੁੰਦਾ ਹੈਗਾ ਤਾਂ ਲੱਦਾਖ ਦੀ ਨਾ ਇੱਕ ਨੁਬਰਾ ਰਿਵਰ ਹੈ, ਉਹਦੇ ਲਈ ਨਾ ਮੇਨ ਸੋਰਸ ਹੈ ਪਾਣੀ ਦਾ। ਦੈਟ ਮੀਨਸ ਗਲੇਸ਼ੀਅਰ ਓਬਵੀਅਸ ਦੀ ਗੱਲ ਹੈ, ਬਰਫ਼ ਹੈ, ਪਾਣੀ ਦਾ ਪਿਘਲੂਗਾ ਹੀ। ਤਾਂ ਪਾਣੀ ਪਿਘਲ ਕੇ ਨੁਬਰਾ ਰਿਵਰ ਦੇ ਵਿੱਚ ਜਾਊਗਾ। ਜਿਹੜੀ ਨੁਬਰਾ ਰਿਵਰ ਹੈ ਉਹ ਅੱਗੇ ਸ਼ੌਂਕ ਰਿਵਰ 'ਚ ਜਾਂਦੀ ਹੈ ਜੋ ਕਿ ਅੱਗੇ ਜਾ ਕੇ ਪਾਕਿਸਤਾਨ ਨੂੰ ਹੁੰਦੇ ਹੋਏ ਇੰਡਸ ਰਿਵਰ ਦੇ ਵਿੱਚ ਮਿਲ ਜਾਂਦੀ ਹੈ। ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਆਹ ਗਲੇਸ਼ੀਅਰ ਹੈ ਇਹ ਮੇਜਰ ਸੋਰਸ ਹੈ ਇੰਡਸ ਰਿਵਰ ਦਾ, ਯਾਨੀ ਕਿ ਸਿੰਧੂ ਨਦੀ ਦਾ ਮੇਜਰ ਸੋਰਸ ਹੈ। ਤਾਂ ਸਟੇਟਮੈਂਟ ਨੰਬਰ 1 ਵੀ ਠੀਕ ਹੋਗੀ, ਦੂਜੀ ਵੀ ਠੀਕ ਹੋਗੀ। ਦੈਟ ਮੀਨਸ ਆਪਾਂ ਕਹਿ ਸਕਦੇ ਹਾਂ ਬੋਥ ਸਟੇਟਮੈਂਟ ਆਰ ਕਰੈਕਟ ਸਟੇਟਮੈਂਟ। ਇਹ ਨੁਬਰਾ ਰਿਵਰ ਦਾ ਨਾਮ ਜ਼ਰੂਰ ਯਾਦ ਰੱਖਿਓ ਤੁਸੀਂ। ਇਹ ਮੈਪ ਵੀ ਤੁਸੀਂ ਦੇਖ ਚੁੱਕੇ ਹੋ। ਹੁਣ ਆਪਾਂ ਕਰਦੇ ਹਾਂ ਨੈਕਸਟ ਕੁਐਸਚਨ 'ਤੇ। ਨੈਕਸਟ ਗੱਲ ਕਰ ਰਿਹਾ ਕਿਹੜੇ ਦੋ ਸਟੇਟ ਨੇ ਜਿਨ੍ਹਾਂ ਨੇ ਮੈਮੋਰੈਂਡਮ ਆਫ ਅੰਡਰਸਟੈਂਡਿੰਗ, ਜਿਹਨੂੰ ਕਿ MOU ਕਿਹਾ ਜਾਂਦਾ ਹੈ, ਕਿਸ ਲਈ? ਕਿ ਸਰਸਵਤੀ ਰਿਵਰ ਨੂੰ ਜੋ ਹੈ ਰਿਵਾਈਵ ਕਰਨਾ। ਆਪਾਂ ਨੂੰ ਪਤਾ ਹੈ ਕਿ ਸਰਸਵਤੀ ਰਿਵਰ ਇੱਕ ਤਰ੍ਹਾਂ ਮਤਲਬ ਇੱਕ ਬਿਲੀਵ ਕੀਤਾ ਜਾਂਦਾ ਹੈ ਕਿ ਇਹ ਜਿਹੜੀ ਹੈ ਅਚਾਨਕ ਧਰਤੀ ਦੇ ਨੀਚੇ ਸਮਾ ਗਈ ਹੈ। ਜਿਹੜਾ ਡੈਜ਼ਰਟ ਹੈਗਾ ਰਾਜਸਥਾਨ ਦੇ ਵਿੱਚ ਉਹਦੇ ਥੱਲੇ ਸਮਾ ਗਈ ਹੈ ਅਤੇ ਉਹਨੂੰ ਰਿਵਾਈਵ ਕਰਨ ਦੀ ਗੱਲ ਕੀਤੀ ਗਈ ਹੈ। ਤਾਂ ਕਿਹੜੇ ਦੋ ਸਟੇਟ ਦੇ ਵਿੱਚ ਜਿਹੜਾ ਇਹ ਐਗਰੀਮੈਂਟ ਜਿਹੜਾ ਸਾਈਨ ਹੋਇਆ? ਤਾਂ ਪਹਿਲੀ ਗੱਲ ਤਾਂ ਹੋਊਗੀ ਕਿ ਜਦੋਂ ਵੀ ਸਰਸਵਤੀ ਰਿਵਰ ਨੂੰ ਰਿਵਾਈਵਲ ਕੀਤਾ ਜਾਊਗਾ ਤਾਂ ਕੀ ਕੀਤਾ ਜਾਊਗਾ? ਇੱਕ ਆਦਿ ਬੱਦਰੀ ਡੈਮ ਬਣਾਇਆ ਜਾਊਗਾ ਉਹਦੇ ਸਟਾਰਟਿੰਗ ਪੁਆਇੰਟ 'ਤੇ। ਡੈਮ ਦਾ ਨਾਮ ਯਾਦ ਰੱਖਿਓ। ਅਤੇ ਜੇਕਰ ਮੈਂ ਰਿਗਵੇਦ ਦੀ ਗੱਲ ਕਰਾਂ, ਉਹਦਾ ਇੱਕ ਹਾਈਮ ਹੈ, ਯਾਨੀ ਕਿ ਹਾਈਮ ਕੀ ਕਹਿੰਦੇ ਨੇ ਜੀ, ਜਿਵੇਂ ਆਪਾਂ ਚੈਂਟ ਕਰਦੇ ਹਾਂ ਨਾ ਮੰਤਰ, ਉਹਨੂੰ ਹਾਈਮ ਕਹਿੰਦੇ ਨੇ। ਨਦੀ ਸਤੂਤੀ, ਉਹਦੇ ਵਿੱਚ ਲਿਖਿਆ ਗਿਆ ਹੈਗਾ ਕਿ ਜਿਹੜੀ ਸਰਸਵਤੀ ਹੈ ਉਹ ਯਮੁਨਾ ਦੇ ਈਸਟ 'ਤੇ ਹੈ ਅਤੇ ਸਤਲੁਜ ਦੇ ਵੈਸਟ 'ਚ ਹੈ। ਅਤੇ ਜਿਹੜੀ ਸਰਸਵਤੀ ਰਿਵਰ ਹੈ ਉਹ ਪੰਜਾਬ, ਹਰਿਆਣਾ, ਵੈਸਟਰਨ ਰਾਜਸਥਾਨ ਅਤੇ ਗੁਜਰਾਤ ਦੇ ਥਰੂ ਜਾਂਦੀ ਹੈ ਅਤੇ ਫਾਈਨਲੀ ਇਹ ਜਾ ਕੇ ਗਲਫ ਆਫ ਕੱਛ ਯਾਨੀ ਕਿ ਅਰੇਬੀਅਨ ਸੀ ਦੇ ਵਿੱਚ ਜਾ ਕੇ ਡਰੇਨ ਹੋ ਜਾਂਦੀ ਹੈ। ਦੈਟ ਮੀਨਸ ਉੱਥੇ ਜਾ ਕੇ ਮਿਲ ਜਾਂਦੀ ਹੈ। ਕਿਉਂਕਿ ਕੁਛ ਰਿਵਰ ਨੇ ਇੰਡੀਆ ਦੀ ਜਿਹੜੀਆਂ ਬੇ ਆਫ ਬੰਗਾਲ 'ਚ ਮਿਲਦੀਆਂ ਨੇ ਅਤੇ ਜਿਹੜੀ ਕੁਛ ਨੇ ਉਹ ਅਰੇਬੀਅਨ ਸੀ ਦੇ ਵਿੱਚ ਮਿਲਦੀਆਂ ਨੇ। ਤਾਂ ਜਿਨ੍ਹਾਂ ਨੇ ਆਹ ਮੈਮੋਰੈਂਡਮ ਸਾਈਨ ਕੀਤਾ ਹੈ ਉਹ ਨੇ ਜੀ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼। ਆਪਸ਼ਨ ਨੰਬਰ B। ਨੈਕਸਟ ਆਪਾਂ ਗੱਲ ਕਰਦੇ ਹਾਂ, ਇਹਦਾ ਆਨਸਰ ਤਾਂ ਸੀਗਾ ਜੀ ਆਪਸ਼ਨ ਨੰਬਰ B, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼। ਨੈਕਸਟ ਗੱਲ ਕਰ ਰਿਹਾ ਚਿਲਕਾ ਲੇਕ, ਜਿਹੜੀ ਲੇਕ ਆ ਉੜੀਸਾ ਦੇ ਵਿੱਚ ਹੈ ਉਹਦੇ ਬਾਰੇ ਗੱਲ ਕਰ ਰਿਹਾ। ਅਤੇ ਕਹਿ ਰਿਹਾ ਹੈ ਕਿ ਇਟ ਇਜ਼ ਏਸ਼ੀਆਜ਼ ਲਾਰਜੈਸਟ ਐਂਡ ਵਰਲਡ ਸੈਕਿੰਡ ਲਾਰਜੈਸਟ, ਯਾਨੀ ਕਿ ਏਸ਼ੀਆ ਦਾ ਲਾਰਜੈਸਟ ਹੈ ਅਤੇ ਵਰਲਡ ਦੀ ਸੈਕਿੰਡ ਲਾਰਜੈਸਟ ਲੈਗੂਰ ਲੇਕ ਹੈ। ਕਿਉਂਕਿ ਫਸਟ 'ਤੇ ਕੌਣ ਹੈ? ਉਹ ਹੈਗਾ ਦਾ ਨਿਊ ਕੈਲੇਡੋਨੀਅਨ ਬੈਰੀਅਰ ਰੀਫ ਇਨ ਬ੍ਰਾਜ਼ੀਲ, ਯਾਨੀ ਕਿ ਪਹਿਲੇ ਨੰਬਰ 'ਤੇ ਆਹ ਹੈ ਅਤੇ ਦੂਜੇ ਨੰਬਰ 'ਤੇ ਚਿਲਕਾ ਲੇਕ। ਸੈਕਿੰਡ ਸਟੇਟਮੈਂਟ ਕਹਿ ਰਿਹਾ ਇਨ 1981
चिल्का लेक बिकम द फर्स्ट इंडियन वैटलैंड ऑफ इंटरनेशनल इंपोर्टेंस अंडर रामसर कन्वेंशन। ये गल आपां नूं पता है कि जिहड़ा रामसर कन्वेंशन है ਉਹਦੇ थ्रू ही किसी भी वैटलैंड ਨੂੰ ਜਿਹੜਾ ਹੈ ਇੱਕ ਇੰਟਰਨੈਸ਼ਨਲ ਇੰਪੋਰਟੈਂਸ ਦਾ ਦਰਜਾ ਮਿਲਦਾ ਹੈਗਾ। ਜੇਕਰ ਮੈਂ ਚਿਲਕਾ ਲੇਕ ਦੀ ਗੱਲ ਕਰਾਂ ਉਹਦਾ ਮੇਜਰ ਅਟਰੈਕਸ਼ਨ ਪੁਆਇੰਟ ਕੀ ਹੈ, ਉਹ ਹੈਗਾ ਜੀ ਇਰਾਵੜੀ ਡੋਲਫਿਨਸ, ਯਾਨੀ ਕਿ ਇੱਥੇ ਇਰਾਵੜੀ ਡੋਲਫਿਨਸ ਜਿਹੜੀਆਂ ਪਾਈ ਜਾਂਦੀਆਂ ਨੇ। ਹਲਕਾ ਜਿਹਾ ਆਪਾਂ ਨੂੰ ਸਟੇਟਮੈਂਟ ਨੂੰ ਕਰੈਕਟ ਕਰਨ ਦੀ ਜ਼ਰੂਰਤ ਹੈ, ਕਿਉਂਕਿ ਵੈਸੇ ਤਾਂ ਗੱਲ ਬਿਲਕੁਲ ਸਹੀ ਕਹਿ ਰਿਹਾ ਏਸ਼ੀਆ ਦੀ ਲਾਰਜੈਸਟ ਹੈ ਤੇ ਵਰਲਡ ਦੀ ਸੈਕਿੰਡ ਲਾਰਜੈਸਟ ਹੈ, ਤੇ ਆ ਵੀ ਗੱਲ ਸਹੀ ਕਹਿ ਰਿਹਾ ਕਿ ਜਿਹੜੀ ਫਸਟ ਹੈ ਦਾ ਨਿਊ ਕੈਲੇਡੋਨੀਅਨ ਬੈਰੀਅਰ ਰੀਫ ਹੈ, ਲੇਕਿਨ ਇਹ ਬ੍ਰਾਜ਼ੀਲ ਦੇ ਵਿੱਚ ਨਹੀਂ ਹੈਗੀ ਜੀ, ਇਹ ਸਪੇਨ ਦੇ ਵਿੱਚ ਹੈ। ਦੈਟ ਮੀਨਸ ਸਭ ਕੁਝ ਠੀਕ ਹੁੰਦੇ ਹੋਏ ਫਿਰ ਵੀ ਇਹ ਕੁਐਸਚਨ ਗਲਤ ਹੈ ਕਿਉਂਕਿ ਦੇਸ਼ ਦਾ ਨਾਮ ਗਲਤ ਦੇਤਾ, ਤਾਂ ਸਟੇਟਮੈਂਟ ਫਸਟ ਤਾਂ ਕੋਈ ਗਲਤ। ਸੈਕਿੰਡ ਸਟੇਟਮੈਂਟ ਹੈ ਜਿਹੜੀ ਉਹ ਬਿਲਕੁਲ ਸਹੀ ਹੈ, ਰਾਮਸਰ ਕਨਵੈਨਸ਼ਨ ਦੇ ਵਿੱਚ ਹੈ। ਤੇ ਕਿ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ ਕਿ ਐਟ ਪ੍ਰੈਜ਼ੈਂਟ ਜੇ ਮੈਂ ਅੱਜ ਦੀ ਗੱਲ ਕਰਾਂ, ਜਿਵੇਂ 27 ਅਪ੍ਰੈਲ ਦੀ ਗੱਲ ਕਰਾਂ, 27 ਅਪ੍ਰੈਲ 2022 ਅੱਜ ਤੱਕ ਟੋਟਲ ਕਿੰਨੇ ਵੈਟਲੈਂਡ ਨੇ ਜਿਨ੍ਹਾਂ ਨੂੰ ਇੰਟਰਨੈਸ਼ਨਲ ਇੰਪੋਰਟੈਂਸ ਮਿਲੀ ਹੈ ਅੰਡਰ ਰਾਮਸਰ ਕਨਵੈਨਸ਼ਨ? ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਕੇ ਦੱਸਿਓ, ਕਿਉਂਕਿ ਰੀਸੈਂਟਲੀ ਹਲੇ 2 ਤੇ 3 ਚੀਜ਼ਾਂ ਜਿਹੜੀ ਨੇ ਉਹ ਐਡ ਹੋਈਆਂ ਨੇ। ਤਾਂ ਇਹਦਾ ਆਨਸਰ ਕੀ ਹੋ ਜਾਊਗਾ ਜੀ? ਆਪਸ਼ਨ ਨੰਬਰ ਬੀ 2 ਓਨਲੀ ਇਜ਼ ਦਾ ਕਰੈਕਟ। ਆ ਤੁਸੀਂ ਜੇਕਰ ਮੈਪ ਦੇ ਥਰੂ ਦੇਖਣਾ ਚਾਹੋ ਤਾਂ ਤੁਸੀਂ ਦੇਖ ਸਕਦੇ ਹੋ ਚਿਲਕਾ ਲੇਕ, ਤੇ ਲਗੂਰ ਇਸ ਲਈ ਕਹਿੰਦੇ ਨੇ ਕਿਉਂਕਿ ਲੈਗੂਨ ਲੇਕ ਇਹਨੂੰ ਜਸਟ ਬਿਕੋਜ਼ ਕਿ ਇਹ ਇੱਕ ਤਰ੍ਹਾਂ ਦੀ ਓਸ਼ਨ ਦੇ ਨਾਲ ਹੀ ਮਿਲਦੀ ਹੈ, ਮਤਲਬ ਇੱਕ ਤਰ੍ਹਾਂ ਦੀ ਪ੍ਰੋਟੈਕਟਡ ਬਾਉਂਡਰੀ ਹੈ, ਮਤਲਬ ਲੈਂਡ ਲੋਕ ਨਹੀਂ ਹੈਗੀ। ਲੈਂਡ ਲੋਕ ਨਹੀਂ ਤਾਂ ਆਪਾਂ ਲੇਕ ਕਹਿ ਦਿੰਦੇ ਇਹਨੂੰ ਸਿੰਪਲ। ਲੈਗੂਰ ਲੇਕ ਇਹਨੂੰ ਇਸ ਲਈ ਕਹਿੰਦੇ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਤੋਂ ਆਹ ਜਿਹੜਾ ਓਸ਼ਨ ਨਾਲ ਕਨੈਕਟਡ ਹੈ। ਮੂਵਿੰਗ ਔਨ ਟੂ ਦ ਨੈਕਸਟ ਕੁਐਸਚਨ, ਹੈਡਕੁਆਟਰ ਆਫ ਕੋਲੈਕਟਿਵ ਸਿਕਿਉਰਿਟੀ ਟਰੀਟੀ ਆਰਗੇਨਾਈਜੇਸ਼ਨ। ਇਹ ਕੁਐਸਚਨ ਕਾਫੀ ਜ਼ਿਆਦਾ ਇੰਪੋਰਟੈਂਟ ਬਣਦਾ ਹੈ ਕਿਉਂਕਿ ਜੇਕਰ ਮੈਂ ਰਸ਼ੀਆ ਯੂਕਰੇਨ ਦੀ ਗੱਲ ਕਰਾਂ ਤਾਂ ਨਾਟੋ ਦੀ ਪਿਕਚਰ ਆਉਂਦੀ ਹੈ, ਅਤੇ ਜੇ ਨਾਟੋ ਦਾ ਅਪੋਜ਼ਿਟ ਹੈ ਨਾ ਉਹ ਇਹੀ ਹੈ, ਕਿਉਂਕਿ ਯੂਰੋਪੀਅਨ ਕੰਟਰੀਜ਼ ਨੇ, ਅਮਰੀਕਾ ਨੇ ਤਾਂ ਨਾਟੋ ਬਣਾ ਲਿਆ ਜੀ, ਅਤੇ ਜਿਹੜੀ ਰਸ਼ੀਆ ਸੀਗੀ, ਰਸ਼ੀਆ ਨੇ ਜਿਹੜੀ ਆਰਗੇਨਾਈਜੇਸ਼ਨ ਬਣਾਈ ਉਹਦਾ ਨਾਮ ਹੈਗਾ CSTO, ਯਾਨੀ ਕਿ ਕੋਲੈਕਟਿਵ ਸਿਕਿਉਰਿਟੀ ਟਰੀਟੀ ਆਰਗੇਨਾਈਜੇਸ਼ਨ। ਇਹਦਾ ਹੈਡਕੁਆਟਰ ਆਪਾਂ ਨੂੰ ਪਤਾ ਹੀ ਹੈ ਜੀ, ਬਰੂਸੈਲ ਬੈਲਜੀਅਮ ਦੇ ਵਿੱਚ ਹੈ, ਲੇਕਿਨ CSTO ਦਾ ਹੈਗਾ ਉਹ ਹੈਗਾ ਜੀ ਮੋਸਕੋ ਰਸ਼ੀਆ ਦੇ ਵਿੱਚ। ਇਹ ਕੀ ਹੈ ਜੀ? CSTO ਜਿਹੜਾ ਹੈਗਾ ਇੱਕ ਇੰਟਰ ਗਵਰਨਮੈਂਟਲ ਮਿਲਟਰੀ ਅਲਾਇੰਸ ਹੈ 6 ਕੰਟਰੀਜ਼ ਦੇ ਵਿੱਚ, ਜਿਹੜਾ ਕਿ USSR ਟੁੱਟਣ ਤੋਂ ਬਾਅਦ 15 ਮਈ 1992 ਦੇ ਵਿੱਚ ਅਤੇ 2002 ਦੇ ਵਿੱਚ ਇਫੈਕਟ ਦੇ ਵਿੱਚ ਆਇਆ ਸੀਗਾ। ਕਿਹੜੀ ਕੰਟਰੀ ਇਹਦੇ ਵਿੱਚ? ਇਹ ਨੇ ਜੀ ਅਰਮੇਨੀਆ, ਬੈਲਾਰੂਸ, ਕਜ਼ਾਕਿਸਤਾਨ, ਕਿਰਗਿਸਤਾਨ, ਰਸ਼ੀਆ ਅਤੇ ਤਜਾਕਿਸਤਾਨ। 6 ਕੰਟਰੀ ਨੇ। ਜਿਵੇਂ ਨਾਟੋ ਹੈਗਾ ਵੀ ਜੇਕਰ ਇੱਕ 'ਤੇ ਹਮਲਾ ਕੀਤਾ 6 'ਤੇ ਮਤਲਬ 30 ਦੇ 30 'ਤੇ, ਕਿਉਂਕਿ ਨਾਟੋ ਦੇ ਵਿੱਚ 30 ਸਦੱਸਿਆ ਨੇ, ਪਹਿਲਾਂ 12 ਸੀਗੇ, ਬਾਅਦ ਦੇ ਵਿੱਚ ਐਡ ਕਰਕੇ 30 ਕੀਤੇ ਗਏ। ਜਿਵੇਂ ਨਾਟੋ ਕਹਿੰਦਾ ਵੀ ਜੇਕਰ ਨਾਟੋ ਦੇ ਕਿਸੇ ਵੀ ਸਦੱਸਿਆ 'ਤੇ ਹਮਲਾ ਕੀਤਾ ਗਿਆ ਤਾਂ ਉਹ ਸਾਰੇ ਸਦੱਸਿਆਂ 'ਤੇ ਕੀਤਾ ਮੰਨਿਆ ਜਾਵੇਗਾ। ਉਸੇ ਤਰ੍ਹਾਂ 'ਤੇ CSTO ਦੇ ਮੁਕਾਬਲੇ ਵੀ ਜੇ ਕਿਸੇ ਵੀ ਇਹਨਾਂ 6 ਦੇਸ਼ਾਂ ਵਿੱਚ ਹਮਲਾ ਕੀਤਾ ਗਿਆ ਤਾਂ ਇਹਨਾਂ 6 ਦੇ ਬਰਾਬਰ ਸਮਝਿਆ ਜਾਵੇਗਾ। ਦੈਟ ਮੀਨਸ ਆਹ ਕਾਊਂਟਰ ਨਾਟੋ ਹੈਗਾ ਜੇਕਰ ਆਪਾਂ ਧਿਆਨ ਰੱਖੀਏ ਤਾਂ। ਜੇ ਨਾਟੋ ਬਾਰੇ ਪੜ੍ਹ ਰਹੇ ਤਾਂ ਆਪਾਂ ਨੂੰ CSTO ਬਾਰੇ ਵੀ ਪੜ੍ਹਨਾ ਚਾਹੀਦਾ। ਇੰਪੋਰਟੈਂਟ ਗੱਲ ਹੈ, ਧਿਆਨ ਰੱਖਿਓ। 6 ਦੇਸ਼ ਨੇ ਇਹਦੇ। ਹੋ ਸਕਦਾ ਕੁਐਸਚਨ ਦੇ ਵਿੱਚ ਪੁੱਛਿਆ ਜਾਵੇ ਕਿੰਨੇ ਦੇਸ਼ ਨੇ, ਜਾਂ ਦੇਸ਼ਾਂ ਦੇ ਨਾਂ ਵੀ ਪੁੱਛ ਲਿੱਤੇ ਜਾਣ, ਤਾਂ ਇਹ ਗੱਲ ਦਾ ਧਿਆਨ ਰੱਖਿਓ। ਅਤੇ ਜਿਹੜਾ ਮਾਸਕੋ ਰਸ਼ੀਆ ਉਹ ਇਹਦਾ ਹੈਡਕੁਆਟਰ ਹੈ। ਹੁਣ ਆਪਾਂ ਗੱਲ ਕਰਦੇ ਹਾਂ ਵਿਚ ਆਫ ਦਾ ਫੋਲੋਇੰਗ ਰਿਪੋਰਟ ਇਜ਼ ਨਾਟ ਪ੍ਰੀਪੇਅਰਡ ਬਾਏ ਵਰਲਡ ਇਕੋਨੋਮਿਕ ਫੋਰਮ, ਯਾਨੀ ਕਿ ਵਰਲਡ ਇਕੋਨੋਮਿਕ ਫੋਰਮ ਦੁਆਰਾ ਕਿਹੜੀ ਰਿਪੋਰਟ ਤਿਆਰ ਨਹੀਂ ਕੀਤੀ ਜਾਂਦੀ? ਦੇਖੋ ਜੀ, ਵਰਲਡ ਇਕਨੋਮਿਕ ਫੋਰਮ ਜਿਹੜਾ ਸੀਗਾ ਇਸਟੈਬਲਿਸ਼ ਹੋਇਆ ਸੀਗਾ 1971 ਦੇ ਅੰਦਰ ਕਲੋਜ਼ ਸਵੈਪ ਕਰਕੇ, ਅਤੇ ਜਿਹੜਾ ਇਹ ਕੀ ਹੈ ਕਿ ਐਜ਼ ਏ ਨੋਟ ਫੋਰ ਪ੍ਰੋਫਿਟ ਫਾਊਂਡੇਸ਼ਨ ਹੈ। ਜਿਵੇਂ NGO ਹੁੰਦੇ ਨੇ ਨਾ, ਅਤੇ ਉੱਦਾਂ ਹੀ ਨੋਟ ਫੋਰ ਪ੍ਰੋਫਿਟ ਫਾਊਂਡੇਸ਼ਨ ਹੈ। ਸਟਾਰਟਿੰਗ ਦੇ ਵਿੱਚ ਇਹਦਾ ਜਿਹੜਾ ਨਾਂ ਸੀਗਾ ਉਹ ਸੀਗਾ ਯੂਰੋਪੀਅਨ ਮੈਨੇਜਮੈਂਟ ਫੋਰਮ, ਬਾਅਦ ਵਿੱਚ ਇਹਨੂੰ ਚੇਂਜ ਕਰਕੇ ਵਰਲਡ ਇਕਨੋਮਿਕ ਫੋਰਮ ਕੀਤਾ ਗਿਆ 1987 ਦੇ ਵਿੱਚ। ਇਹਦਾ ਹੈਡਕੁਆਟਰ ਕਿੱਥੇ ਹੈ ਜੀ? ਜਨੇਵਾ, ਸਵਿਟਜ਼ਰਲੈਂਡ ਦੇ ਵਿੱਚ। ਅਤੇ ਜਿਹੜੇ ਇਹ ਇੰਡੈਕਸ ਜਾਂ ਰਿਪੋਰਟ ਪ੍ਰੀਪੇਅਰ ਕਰਦਾ ਉਹਨਾਂ ਵਿੱਚੋਂ ਕੁਛ ਨੇ ਹਿਊਮਨ ਕੈਪੀਟਲ ਇੰਡੈਕਸ, ਵਰਲਡ ਪਾਵਰ ਲੈਂਗੁਏਜ ਇੰਡੈਕਸ, ਗਲੋਬਲ ਇਨਵਾਇਰਮੈਂਟ ਪਰਫਾਰਮੈਂਸ ਇੰਡੈਕਸ, ਗਲੋਬਲ ਕੰਪੀਟੀਟਿਵ ਰਿਪੋਰਟ, ਗਲੋਬਲ ਜੈਂਡਰ ਗੈਪ ਰਿਪੋਰਟ, ਗਲੋਬਲ ਟਰੈਵਲ ਐਂਡ ਟੂਰਿਜ਼ਮ ਰਿਪੋਰਟ। ਦੈਟ ਮੀਨਸ ਇਹ ਜਿਹੜੀ ਰਿਪੋਰਟਾਂ ਨੇ ਵਰਲਡ ਇਕਨੋਮਿਕ ਫੋਰਮ ਤਿਆਰ ਕਰਦਾ ਹੈ। ਜੇਕਰ ਮੈਂ ਗੱਲ ਕਰਾਂ ਗਲੋਬਲ ਫਾਈਨੈਂਸ਼ੀਅਲ ਸਟੈਬਿਲਿਟੀ ਰਿਪੋਰਟ, ਇਹ ਤਿਆਰ ਕਰਦਾ ਹੈ ਜੀ ਇੰਟਰਨੈਸ਼ਨਲ ਮੋਨੀਟਰੀ ਫੰਡ, ਯਾਨੀ ਕਿ IMF। ਦੈਟ ਮੀਨਸ ਇਸ ਕੁਐਸਚਨ ਦਾ ਆਨਸਰ ਹੋ ਜਾਊਗਾ ਆਪਸ਼ਨ ਨੰਬਰ D। ਹੁਣ ਆਪਾਂ ਗੱਲ ਕਰਦੇ ਹਾਂ ਕੁਝ ਹੋਰ ਰਿਪੋਰਟਸ ਬਾਰੇ ਜਿਹੜੀ ਐਗਜ਼ਾਮ ਦੇ ਵਿੱਚ ਅਕਸਰ ਪੁੱਛਣ ਨੂੰ ਮਿਲਦੀਆਂ, ਜਿਵੇਂ ਕਿ ਵਰਲਡ ਬੈਂਕ ਕਿਹੜੀ ਇੰਪੋਰਟੈਂਟ ਰਿਪੋਰਟਸ ਤਿਆਰ ਕਰਦਾ। ਹਾਲਾਂਕਿ ਕਾਫੀ ਕਰਦਾ, ਲੇਕਿਨ ਮੈਂ ਗਿਣੀ ਚੁਣੀਆਂ ਰੱਖੀਆਂ ਨੇ, ਲਾਈਕ ਆ ਤੁਸੀਂ ਨਾਮ ਦੇਖ ਸਕਦੇ ਹੋ, ਈਜ਼ ਆਫ ਡੂਇੰਗ ਬਿਜ਼ਨਸ, ਈਜ਼ ਆਫ ਲਿਵਿੰਗ ਇੰਡੈਕਸ, ਯੂਨੀਵਰਸਲ ਹੈਲਥ ਕਵਰੇਜ ਇੰਡੈਕਸ, ਅਤੇ ਇੱਕ ਹੈਗਾ ਗਲੋਬਲ ਇਕਨੋਮਿਕ ਪ੍ਰੋਸਪੈਕਟ ਰਿਪੋਰਟ, ਜਿਹਨੂੰ ਕਿ ਆਪਾਂ GEP ਰਿਪੋਰਟ ਕਹਿੰਦੇ ਹਾਂ। ਅਤੇ ਆ ਕੁਛ ਰਿਪੋਰਟ ਨੇ IMF ਦੁਆਰਾ, ਜਿਵੇਂ ਕਿ ਗਲੋਬਲ ਫਾਈਨੈਂਸ਼ੀਅਲ ਸਟੈਬਿਲਿਟੀ ਰਿਪੋਰਟ, ਜਿਵੇਂ ਵਰਲਡ ਇਕਨੋਮਿਕ ਆਊਟਲੈਟ।
ਮੈਂ ਉਹੀ ਚੀਜ਼ਾਂ ਚੱਕੀਆਂ ਨੇ ਜਿਹੜੀ ਐਗਜ਼ਾਮ ਦੇ ਵਿੱਚ ਰੀਸੈਂਟਲੀ ਪੁੱਛੀ ਗਈਆਂ ਨੇ। ਧਿਆਨ ਰੱਖਿਓ, ਕਾਫੀ ਇੰਪੋਰਟੈਂਟ ਕੁਐਸਚਨ ਹੈ, ਕਾਫੀ ਕੁਝ ਦੱਸਿਆ ਮੈਂ ਫਿਰ ਉਹੀ ਗੱਲ ਕਹਿਣਾ ਵੀ ਜਦੋਂ ਵੀ ਬੈਠਦੇ ਹੋ ਕਾਪੀ ਪੈਨ ਲੈ ਕੇ ਬੈਠਿਆ ਕਰੋ। ਮੈਂ ਛੋਟੀ ਕਰਕੇ ਨਾ ਬਹੁਤ ਕੁਝ ਬੇਸਿਕਲੀ ਮੈਂ 10 ਤੋਂ 12 ਜਾਂ 15 ਕੁਐਸਚਨ ਡਿਸਕਸ ਕਰਦਾ, ਲੇਕਿਨ ਜੇ ਦੇਖਿਆ ਜਾਵੇ ਛੋਟੇ ਬਣਾ ਦੇ 40 ਤੋਂ 50 ਕੁਐਸਚਨ ਬਣਦੇ ਨੇ, ਤਾਂ ਹੀ ਆਪਣੀ ਵੀਡੀਓ 20 ਤੋਂ 25 ਮਿੰਟ ਦੀ ਜਾਂਦੀ ਹੈ। ਨੈਕਸਟ ਗੱਲ ਕਰ ਰਿਹਾ ਵਿਚ ਉਹਦਾ ਫੋਲੋਇੰਗ ਸਟੇਟਮੈਂਟ ਅਬਾਊਟ ਨੈਸ਼ਨਲ ਕਮਿਸ਼ਨ ਫॉर ਵੂਮਨ। ਪਹਿਲੀ ਸਟੇਟਮੈਂਟ ਦੇ ਵਿੱਚ ਕਹਿ ਰਿਹਾ ਜਦੋਂ ਇਹ ਕਮਿਸ਼ਨ ਬਣਿਆ ਸੀਗਾ ਇਹਦੇ ਪਹਿਲੇ ਹੈੱਡ ਸੀਗੀ ਜਯੰਤੀ ਪਟਨਾਇਕ, ਤੇ ਦੂਜੀ ਗੱਲ ਕਹਿ ਰਿਹਾ ਵੀ ਇੱਕ ਸਟੈਚੂਟਰੀ ਬੋਡੀ ਹੈ, ਦੈਟ ਮੀਨਸ ਇਹ ਪਾਰਲੀਮੈਂਟ ਵਿੱਚ ਲੋ ਪਾਸ ਕਰਕੇ ਬਣਾਈ ਗਈ ਹੈ ਤੇ ਬਣੀ ਸੀਗੀ 31 ਜਨਵਰੀ 1994 ਦੇ ਵਿੱਚ। ਹੁਣ ਆਪਾਂ ਡਿਸਕਸ ਕਰਦੇ ਹਾਂ ਜੀ ਨੈਸ਼ਨਲ ਕਮਿਸ਼ਨ ਫॉर ਵੂਮਨ ਬਾਰੇ, ਜੋ ਕਿ ਇੱਕ ਸਟੈਚੂਟਰੀ ਬੋਡੀ ਹੈ, ਜਰਨਲੀ ਕੰਸਰਨ ਕਰਦੀ ਹੈ ਤੇ ਗਵਰਨਮੈਂਟ ਨੂੰ ਐਡਵਾਈਸ ਕਰਦੀ ਹੈ ਜਿਹੜੇ ਵੀ ਮੈਟਰਸ ਨੇ, ਪੋਲਿਸੀਜ਼ ਨੇ ਉਹ ਵੂਮਨਸ ਨੂੰ ਇਫੈਕਟ ਕਰਦੇ ਨੇ। ਜਿਹੜੀਆਂ ਇਸਟੈਬਲਿਸ਼ਮੈਂਟ ਹੋਈ ਸੀਗੀ ਇਹਦੀ 31 ਜਨਵਰੀ 1992 ਦੇ ਵਿੱਚ। ਤੇ ਜਿਵੇਂ ਕਮਿਸ਼ਨ ਦੀ ਗੱਲ ਕਰਾਂ, ਇੱਕ ਇਹਦਾ ਚੇਅਰਮੈਨ ਹੁੰਦਾ ਤੇ 5 ਜਿਹੜੇ ਨੇ ਇਹਦੇ ਮੈਂਬਰ ਹੁੰਦੇ ਨੇ ਜੋ ਕਿ ਸੈਂਟਰਲ ਗਵਰਨਮੈਂਟ ਦੁਆਰਾ ਅਪੁਆਇੰਟ ਕੀਤੇ ਜਾਂਦੇ ਨੇ। ਤੇ ਇਹ ਵੀ ਕਿਹਾ ਗਿਆ ਕਿ ਐਟਲੀਸਟ ਇੱਕ ਮੈਂਬਰ ਜਿਹੜਾ ਹੈਗਾ ਉਹ SC ਤੇ ST ਤੋਂ ਬਿਲੋਂਗ ਕਰਨਾ ਚਾਹੀਦਾ, ਯਾਨੀ ਕਿ 5 ਵਿੱਚੋਂ 2 ਮੈਂਬਰ ਇੱਕ SC ਤੇ ਇੱਕ ST ਦੇ ਵਿੱਚੋਂ ਹੋਣਾ ਹੀ ਚਾਹੀਦਾ ਹੈ। ਤਾਂ ਪਹਿਲੀ ਸਟੇਟਮੈਂਟ ਜਿਹੜੀ ਹੈੱਡ ਜਿਹੜੇ ਸੀਗੇ ਜਯੰਤੀ ਪਟਨਾਇਕ ਸੀਗੇ, ਬਿਲਕੁਲ ਸਹੀ ਗੱਲ ਹੈ। ਲੇਕਿਨ ਜਿਹੜੀ ਸੈਕਿੰਡ ਸਟੇਟਮੈਂਟ ਹੈ ਕਿ ਇਸਟੈਬਲਿਸ਼ਮੈਂਟ ਹੋਇਆ ਸੀਗਾ 31 ਜਨਵਰੀ 1994 ਨੂੰ, ਤਾਂ ਇਹ ਜੀ 1992 ਨੂੰ ਹੋਇਆ ਸੀਗਾ, ਨਾ ਕਿ 1994। ਦੈਟ ਮੀਨਸ ਸਟੇਟਮੈਂਟ ਨੰਬਰ 2 ਇਜ਼ ਰੋਂਗ ਐਂਡ ਸਟੇਟਮੈਂਟ ਨੰਬਰ 1 ਇਜ਼ ਰਾਈਟ। ਆਪਸ਼ਨ ਨੰਬਰ A ਇਜ਼ ਦਾ ਰਾਈਟ ਆਂਸਰ। ਮੂਵਿੰਗ ਔਨ ਟੂ ਦਾ ਨੈਕਸਟ, ਗੱਲ ਕਰ ਰਿਹਾ ਕੰਸੀਡਰ ਦਾ ਗਰਾਊਂਡ ਆਫ ਡਿਸਕੁਆਲੀਫਿਕੇਸ਼ਨ ਅਬਾਊਟ ਐਂਟੀ ਡਿਫੈਕਸ਼ਨ ਲਾਅ। ਯਾਨੀ ਕਿ ਤੁਹਾਨੂੰ ਪਤਾ ਹੀ ਹੈ ਜਦੋਂ 52nd ਅਮੈਂਡਮੈਂਟ ਹੋਇਆ ਸੀਗਾ ਤਾਂ ਐਂਟੀ ਡਿਫੈਕਸ਼ਨ ਲਾਅ ਹੋਇਆ ਸੀਗਾ, ਕਿਉਂਕਿ ਜਿਹੜੇ ਰਾਜਨੇਤਾ ਸੀਗੇ ਉਹ ਬਹੁਤ ਜਲਦੀ ਆਪਣਾ ਦਲ ਬਦਲ ਲੈਂਦੇ ਸੀਗੇ ਆਪਣੇ ਫਾਇਦੇ ਦੇ ਅਨੁਸਾਰ। ਤੇ ਗਰਾਊਂਡ ਆਫ ਡਿਸਕੁਆਲੀਫਿਕੇਸ਼ਨ ਕੀ ਬਣਦੇ ਨੇ? ਪਹਿਲੀ ਸਟੇਟਮੈਂਟ ਕਹਿ ਰਿਹਾ ਹੈ ਇਫ ਐਨੀ ਇੰਡੀਪੈਂਡੈਂਟਲੀ ਇਲੈਕਟਡ ਮੈਂਬਰ ਜੁਆਇਨ ਐਨੀ ਪੋਲੀਟੀਕਲ ਪਾਰਟੀ। ਮੰਨ ਲਓ ਹੁਣ ਇਲੈਕਸ਼ਨ ਹੋਈ ਸੀ ਪੰਜਾਬ ਦੇ ਵਿੱਚ ਵਿਧਾਨ ਸਭਾ ਦੇ, ਤੇ ਐਜ਼ ਅ ਕੈਂਡੀਡੇਟ ਮੰਨ ਲਓ ਮੈਂ ਖੜਾ ਹੋ ਗਿਆ ਇੰਡੀਪੈਂਡੈਂਟ ਮਤਲਬ ਕਿ ਮੈਨੂੰ ਕਿਸੇ ਪਾਰਟੀ ਤੋਂ ਟਿਕਟ ਨਹੀਂ ਮਿਲਿਆ, ਮੈਂ ਆਪਣੇ ਆਪ ਚੋਣ ਲੜੀ ਸੀਗੀ ਤੇ ਮੈਂ ਜਿੱਤ ਵੀ ਗਿਆ। ਦੈਟ ਮੀਨਸ ਮੈਂ ਕੀ ਬਣ ਗਿਆ? MLA ਬਣ ਗਿਆ। ਮੈਂ MLA ਬਣਿਆ, ਮੇਰੀ ਸਰਕਾਰ ਨਹੀਂ ਬਣੀ। ਹੁਣ MLA ਬਣਨ ਤੋਂ ਬਾਅਦ ਮੈਂ ਕੀ ਕਰਦਾ ਜੀ, ਮੰਨ ਲਓ ਆਪ ਹੈ, ਮੈਂ ਆਪ ਪਾਰਟੀ ਨੂੰ ਜੁਆਇਨ ਕਰ ਲੈਣਾ, ਤਾਂ ਮੇਰੀ ਕੀ ਹੋ ਜਾਊਗੀ ਜੀ, ਮੇਰੀ ਮੈਂਬਰਸ਼ਿਪ ਖਤਮ ਹੋ ਜਾਊਗੀ। ਠੀਕ ਹੈ, ਹਾਂ ਮੈਂ ਅਲਾਇੰਸ ਜ਼ਰੂਰ ਕਰ ਸਕਦਾ ਜੇਕਰ ਲੋੜ ਪੈਂਦੀ ਹੈ, ਲੇਕਿਨ ਮੈਂ ਪਾਰਟੀ ਬਦਲ ਲਾਂਗਾ ਨਾ, ਅਗਰ ਮੈਂ ਇੰਡੀਪੈਂਡੈਂਟ ਤੋਂ ਕਿਸੇ ਪਾਰਟੀ ਨੂੰ ਜੁਆਇਨ ਕਰ ਲਾਂਗਾ ਤਾਂ ਮੇਰੀ ਜਿਹੜੀ ਮੈਂਬਰਸ਼ਿਪ ਹੈ ਉਹ ਰੱਦ ਮੰਨੀ ਜਾਏਗੀ। ਸੈਕਿੰਡ ਆਪਸ਼ਨ ਕਹਿ ਰਿਹਾ ਦਾ ਲਾਅ ਅਲਾਉਜ਼ ਏ ਪਾਰਟੀ ਟੂ ਮਰਜ ਵਿਦ ਔਰ ਇਨਟੂ ਅਨਦਰ ਪਾਰਟੀ ਪ੍ਰੋਵਾਈਡਡ ਦੈਟ ਐਟ ਲੀਸਟ 1/3 ਆਫ ਹਿਸ ਲੈਜਿਸਲੇਟਰ ਆਰ ਇਨ ਦਾ ਫੇਵਰ ਆਫ ਦਾ ਮਰਜਰ। ਦੇਖੋ ਸਿੰਪਲ ਭਾਸ਼ਾ ਸਮਝਾ ਦਿੰਦਾ, ਕਾਫੀ ਮੁਸ਼ਕਿਲ ਲਿਖਿਆ ਹੋਇਆ ਹੈਗਾ। ਇਹ ਲਾਅ ਅਲਾਉ ਕਰਦਾ ਹੈਗਾ ਵੀ ਮੰਨ ਲਓ ਇੱਕ ਪਾਰਟੀ ਹੈ, ਉਹਦੇ ਕੁਛ ਲੈਜਿਸਲੇਟਰ ਯਾਨੀ ਕਿ MLA ਕਹਿ ਦਈਏ ਆਪਾਂ ਸਿੰਪਲ ਲੈਂਗੁਏਜ ਦੇ ਵਿੱਚ, ਉਹ ਇਸ ਪਾਰਟੀ ਨੂੰ ਛੱਡ ਕੇ ਇਸ ਪਾਰਟੀ ਨੂੰ ਜਾਣਾ ਚਾਹੁੰਦੇ ਨੇ ਤਾਂ ਕਿ ਇਹ ਪਾਰਟੀ ਮੈਜੋਰਿਟੀ ਦੇ ਵਿੱਚ ਆਵੇ, ਤੇ ਜਾਂ ਫਿਰ ਆਲਰੇਡੀ ਮੈਜੋਰਿਟੀ ਦੇ ਵਿੱਚ ਹੈਗੀ ਹੈ ਜਾਂ ਰੂਲਿੰਗ ਪਾਰਟੀ ਹੈ ਉਹਦੇ ਵਿੱਚ ਆਵੇ। ਤਾਂ ਕਹਿ ਰਿਹਾ ਕਿ ਇਸ ਪਾਰਟੀ ਤੋਂ ਨਾ 1/3 ਨਿਕਲ ਕੇ ਜਾਣ। ਮੰਨ ਲਓ ਇਸ ਦੇ 9 ਮੈਂਬਰ ਨੇ ਤਾਂ 1/3 ਕਿੰਨਾ ਹੋ ਗਿਆ ਜੀ? 3 ਹੋ ਗਿਆ, ਯਾਨੀ ਕਿ ਇਹਦੇ 3 ਮੈਂਬਰ ਜੇਕਰ ਇੱਧਰ ਜਾਣਗੇ ਤਾਂ ਉਹ ਜਿਹੜਾ ਹੈ ਡਿਸਕੁਆਲੀਫਾਈ ਹੋ ਜਾਣਗੇ। ਤਾਂ ਪਹਿਲੀ ਸਟੇਟਮੈਂਟ ਬਿਲਕੁਲ ਸਹੀ ਕਹਿੰਦਾ ਹੈਗਾ ਜੀ, ਜੇਕਰ ਇੰਡੀਪੈਂਡੈਂਟਲੀ ਕੋਈ ਮੈਂਬਰ ਆਉਂਦਾ ਹੈ ਤੇ ਉਹ ਜੋ ਪੋਲੀਟੀਕਲ ਪਾਰਟੀ ਜੁਆਇਨ ਕਰ ਲੈਂਦਾ ਹੈ ਤਾਂ ਉਹ ਡਿਸਕੁਆਲੀਫਾਈ ਹੋ ਜਾਏਗਾ। ਹੁਣ ਸਟੇਟਮੈਂਟ ਨੰਬਰ ਪਹਿਲੀ ਤਾਂ ਬਿਲਕੁਲ ਸਹੀ ਹੈ ਕਿ ਉਹ ਡਿਸਕੁਆਲੀਫਾਈ ਹੋਏਗਾ, ਮਤਲਬ ਕਿ ਜੇਕਰ ਉਹ MLA ਬਣਨ ਤੋਂ ਬਾਅਦ ਕੋਈ ਪੋਲੀਟੀਕਲ ਪਾਰਟੀ ਜੁਆਇਨ ਕਰੇਗਾ ਦੈਟ ਮੀਨਸ ਰੱਦ ਹੋਏਗਾ, ਮਤਲਬ ਉਹਦੀ ਮੈਂਬਰਸ਼ਿਪ ਰੱਦ ਹੋ ਜਾਏਗੀ, ਡਿਸਕੁਆਲੀਫਾਈ ਹੋ ਜਾਏਗਾ। ਦੈਟ ਮੀਨਸ ਆਪਸ਼ਨ ਨੰਬਰ A ਵੀ ਠੀਕ ਹੈ ਤੇ 2 ਵੀ ਠੀਕ ਹੈ। 2 ਉਦੋਂ ਤੱਕ ਠੀਕ ਹੈਗਾ ਜੇਕਰ ਆ 1/3 ਹੈ, ਲੇਕਿਨ ਜੇਕਰ ਇੱਥੇ 2/3 ਹੋ ਜਾਂਦਾ ਤਾਂ ਡਿਸਕੁਆਲੀਫਾਈ ਨਹੀਂ ਬਣਦਾ, ਕਿਉਂਕਿ 91st ਅਮੈਂਡਮੈਂਟ ਤੋਂ ਬਾਅਦ ਜਿਹੜਾ ਸੀਗਾ ਇੱਕ ਪੋਲੀਟੀਕਲ ਪਾਰਟੀ ਤੋਂ ਦੂਜੀ ਪੋਲੀਟੀਕਲ ਪਾਰਟੀ ਦੇ ਵਿੱਚ ਜਾਣ ਲਈ ਜੇਕਰ 2/3 ਮੈਂਬਰ ਜਾਂਦੇ ਨੇ, ਮੰਨ ਲਓ ਕਿਸੇ ਪੋਲੀਟੀਕਲ ਪਾਰਟੀ ਦੇ 30 ਮੈਂਬਰ ਨੇ ਤੇ ਉਹਦਾ 2/3 ਯਾਨੀ ਕਿ ਉਹਦੇ 20 ਮੈਂਬਰ ਜੇਕਰ ਇੱਕ ਆਪਣੀ ਪਾਰਟੀ ਛੱਡ ਕੇ ਦੂਜੀ ਪਾਰਟੀ ਜੁਆਇਨ ਕਰਦੇ ਨੇ ਤਾਂ ਉਹਨਾਂ ਨੂੰ ਡਿਸਕੁਆਲੀਫਾਈ ਨਹੀਂ ਮੰਨਿਆ ਜਾਏਗਾ। ਤਾਂ ਆਪਸ਼ਨ ਨੰਬਰ A ਤੇ ਦੋਨੋਂ ਸਟੇਟਮੈਂਟ ਸਹੀ ਨੇ, ਤਾਂ ਆਨਸਰ ਹੋ ਜਾਊਗਾ ਆਪਸ਼ਨ ਨੰਬਰ C। ਹੁਣ ਕਈ ਵਾਰ ਕੁਐਸਚਨ ਆਉਂਦਾ ਹੈਗਾ ਕਿ ਡਿਸਾਈਡ ਕੌਣ ਕਰਦਾ ਹੈ। ਦੇਖੋ ਜਿਹਦਾ ਡਿਸੀਜਨ ਔਨ ਦਾ ਕੁਐਸਚਨ ਐਸ ਟੂ ਡਿਸਕੁਆਲੀਫਾਈ ਔਨ ਦਾ ਗਰਾਊਂਡ ਆਫ ਡਿਫੈਕਸ਼ਨ ਆਰ ਰੈਫਰ ਟੂ ਦਾ ਚੇਅਰਮੈਨ, ਯਾਨੀ ਕਿ ਚੇਅਰਮੈਨ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਜਿਹੜਾ ਹਾਊਸ ਦਾ ਸਪੀਕਰ ਹੈਗਾ ਜਾਂ ਚੇਅਰਮੈਨ ਹੈਗਾ, ਜਿਵੇਂ ਲੋਕ ਸਭਾ ਸਪੀਕਰ ਹੁੰਦਾ ਤੇ ਉਹਦੇ ਵਿੱਚ ਚੇਅਰਮੈਨ ਹੁੰਦਾ ਰਾਜ ਸਭਾ ਦੇ ਵਿੱਚ, ਉਹ ਕਰਦਾ ਹੈਗਾ ਜਿਹਦਾ ਕੀ ਸਬਜੈਕਟ ਹੈਗਾ ਜੁਡੀਸ਼ੀਅਲ ਰਿਵਿਊ ਦਾ ਹੈਗਾ, ਯਾਨੀ ਕਿ ਇਹਦੇ ਜੁਡੀਸ਼ੀਅਲ ਰਿਵਿਊ ਹੋ ਸਕਦਾ। ਤੇ ਲਾਸਟ ਈਅਰ ਸੁਪਰੀਮ ਕੋਰਟ ਨੇ ਆ ਵੀ ਅਬਜ਼ਰਵ ਕੀਤਾ ਸੀਗਾ ਕਿ ਜਿਹੜਾ ਸਪੀਕਰ ਹੈ ਉਹਨੂੰ ਆਪਣਾ ਡਿਸੀਜਨ ਨਾ 3 ਮਹੀਨੇ ਦੇ ਅੰਦਰ ਅੰਦਰ ਦੇਣਾ ਪਵੇਗਾ, ਮਤਲਬ ਜਦੋਂ ਵੀ ਇੱਦਾਂ ਦੀ ਸਿਚੁਏਸ਼ਨ ਆਉਂਦੀ ਹੈ ਤਾਂ ਉਹਨੂੰ 3 ਮਹੀਨੇ ਦੇ ਅੰਦਰ ਅੰਦਰ ਆਪਣਾ ਜਿਹੜਾ
डिसीजन है वो देना पएगा कि डिसक्वालीफाई है या नहीं है। तो ਇਹਦਾ ਆਨਸਰ ਹੋ ਜਾਊਗਾ ਆਪਸ਼ਨ ਨੰਬਰ ਸੀ ਬੋਥ ਏ ਐਂਡ ਬੀ। ਇਹ ਬਾਈ ਮਿਸਟੇਕ ਏ ਲਿਖਿਆ ਗਿਆ ਹੈਗਾ, ਇੱਥੇ ਸੀ ਆਊਗਾ। ਹਾਂ ਜੇਕਰ ਇੱਥੇ 2/3 ਹੁੰਦਾ ਜੀ ਫਿਰ ਗੱਲ ਸੀਗੀ, ਫਿਰ ਓਨਲੀ ਏ ਆਉਂਦਾ। ਤੇ ਗੱਲ ਆਪਾਂ ਨੂੰ ਪਤਾ ਹੀ ਹੈ, ਬੇਸਿਕ ਕੁਐਸਚਨ ਹੈ, ਬਹੁਤ ਵਾਰ ਆਉਂਦਾ ਹੈਗਾ ਐਗਜ਼ਾਮ ਦੇ ਵਿੱਚ, ਤਾਂ ਆਪਾਂ ਨੂੰ ਪਤਾ ਵੀ ਹੋਣਾ ਚਾਹੀਦਾ ਹੈ ਕਿ ਐਂਟੀ ਡਿਫੈਕਸ਼ਨ ਲਾਅ ਜਿਹੜਾ 1985 ਦੇ ਵਿੱਚ ਆਇਆ ਸੀਗਾ 52 ਕਨਸਟੀਟਿਊਸ਼ਨਲ ਅਮੈਂਡਮੈਂਟ ਐਕਟ ਦੇ ਤਹਿਤ, ਤੇ ਇਹ 10th ਸ਼ਡਿਊਲ ਸੀਗਾ ਜਿਹੜਾ ਉਹਦੇ ਵਿੱਚ ਐਡ ਕੀਤਾ ਗਿਆ ਸੀਗਾ। ਆਪਾਂ ਨੂੰ ਪਤਾ ਜਦੋਂ ਓਰੀਜਨਲੀ ਕਨਸਟੀਟਿਊਸ਼ਨ ਬਣੇ ਆਪਣੇ 8 ਸ਼ਡਿਊਲ ਸੀਗੇ, ਲੇਕਿਨ ਬਾਅਦ ਦੇ ਵਿੱਚ 4 ਹੋਰ ਐਡ ਹੋ ਗਏ। ਐਟ ਪ੍ਰੈਜ਼ੈਂਟ ਆਪਣੇ ਟੋਟਲ 12 ਸ਼ਡਿਊਲ ਨੇ। ਨੈਕਸਟ ਗੱਲ ਕਰ ਰਿਹਾ ਹੂ ਪ੍ਰਿਸਾਈਡ ਦਾ ਪ੍ਰਿਵਿਲੇਜਸ ਕਮੇਟੀ ਆਫ ਰਾਜ ਸਭਾ। ਦੇਖੋ ਜੀ, ਆਹ ਕਮੇਟੀ ਉਹ ਕਮੇਟੀਜ਼ ਨੇ ਜਿਵੇਂ ਕਿਸੇ ਵੀ MP ਨੂੰ, ਭਾਵੇਂ ਉਹ ਰਾਜ ਸਭਾ ਦਾ ਲੋਕ ਸਭਾ ਦਾ, ਕਿੱਥੋਂ ਵੀ ਲੱਗਦਾ ਹੈਗਾ ਕਿ ਉਹਦੇ ਪ੍ਰਿਵਿਲੇਜਸ ਨੂੰ ਹਾਨੀ ਪਹੁੰਚ ਰਹੀ ਹੈ, ਤਾਂ ਉਹ ਇਹਨਾਂ ਕਮੇਟੀਜ਼ ਨੂੰ ਜਿਹੜਾ ਹੈ ਰੈਫਰ ਕਰੇਗਾ। ਕਿਉਂਕਿ ਰੀਸੈਂਟਲੀ ਕਿਸੇ BJP ਦੇ ਮੈਂਬਰ ਨੂੰ ਉਸ ਸਟੇਟ ਦੇ ਵਿੱਚ ਮੈਨ ਹੈਂਡਲ ਕੀਤਾ ਗਿਆ ਪੁਲਿਸ ਦੁਆਰਾ, ਸੋ ਉਹਨੇ ਜਿਹੜਾ ਸੀਗਾ ਆਪਣੀ ਪ੍ਰਿਵਿਲੇਜ ਕਮੇਟੀ ਨੂੰ ਦੱਸਿਆ ਇਹਦੇ ਬਾਰੇ। ਤਾਂ ਆਪਾਂ ਗੱਲ ਕਰਦੇ ਹਾਂ ਕਿ ਉਹਨੂੰ ਪ੍ਰਿਸਾਈਡ ਕੌਣ ਕਰਦਾ ਰਾਜ ਸਭਾ ਦੇ ਵਿੱਚ। ਦੇਖੋ ਸੇਮ ਕਮੇਟੀ ਨਾ ਲੋਕ ਸਭਾ ਦੇ ਵਿੱਚ ਵੀ ਹੈ, ਲੋਕ ਸਭਾ ਅਤੇ ਰਾਜ ਸਭਾ। ਲੋਕ ਸਭਾ ਦੇ ਵਿੱਚ ਜਿਹੜੀ ਕਮੇਟੀ ਉਹਦੇ ਵਿੱਚ 15 ਮੈਂਬਰ ਹੁੰਦੇ ਨੇ, ਰਾਜ ਸਭਾ ਵਾਲੀ 'ਚ 10 ਮੈਂਬਰ ਹੁੰਦੇ ਨੇ। ਜਿਹੜੀ ਲੋਕ ਸਭਾ ਦੀ ਕਮੇਟੀ ਹੈ ਉਹਨੂੰ ਸਪੀਕਰ ਕਰਦਾ ਹੈੱਡ, ਅਤੇ ਜਿਹੜੀ ਰਾਜ ਸਭਾ ਦੀ ਕਮੇਟੀ ਹੈ ਉਹਨੂੰ ਹੈੱਡ ਕਰਦਾ ਡੈਪੂਟੀ ਚੇਅਰਮੈਨ ਆਫ ਰਾਜ ਸਭਾ। ਕਿਉਂਕਿ ਜਿਹੜਾ ਇਹਦਾ ਚੇਅਰਮੈਨ ਹੈ ਉਹ ਤਾਂ ਆਪਾਂ ਨੂੰ ਪਤਾ ਹੀ ਹੈ ਜੀ ਵਾਈਸ ਪ੍ਰੈਜ਼ੀਡੈਂਟ ਹੁੰਦਾ, ਅਤੇ ਜਿਹੜਾ ਡੈਪੂਟੀ ਚੇਅਰਮੈਨ ਹੁੰਦਾ ਰਾਜ ਸਭਾ ਦਾ, ਉਹ ਜਿਹੜਾ ਹੈਗਾ ਇਸ ਕਮੇਟੀ ਨੂੰ ਚੇਅਰ ਕਰਦਾ। ਅਤੇ ਜਦੋਂ ਵੀ ਲੱਗਦਾ ਹੈਗਾ ਵੀ ਇਹਨਾਂ ਨੂੰ ਵੀ ਅਸਲੀ ਦੇ ਵਿੱਚ ਜਿਹੜਾ ਪ੍ਰਿਵਿਲੇਜਸ ਹੈ ਉਹਦਾ ਬ੍ਰੀਚ ਹੋਇਆ ਹੈਗਾ, ਤਾਂ ਉਹ ਇੱਕ ਐਪਰੋਪਰੀਏਟ ਐਕਸ਼ਨ ਦੀ ਮੰਗ ਵੀ ਕਰਦੇ ਨੇ ਅਤੇ ਲਿੱਤਾ ਵੀ ਜਾਂਦਾ ਹੈਗਾ। ਚਲੋ ਇਹ ਤਾਂ ਸੀਗਾ ਆਪਣੇ ਕੁਐਸਚਨ ਦਾ ਆਨਸਰ, ਕਿ ਇਹਦਾ ਆਨਸਰ ਕੀ ਹੋਊਗਾ। ਹੁਣ ਆਪਾਂ ਛੋਟੀ ਛੋਟੀ ਚੀਜ਼ਾਂ ਵੀ ਡਿਸਕਸ ਕਰ ਲੈਂਦੇ, ਜਿਵੇਂ ਐਟ ਪ੍ਰੈਜ਼ੈਂਟ ਚੇਅਰਮੈਨ ਆਫ ਰਾਜ ਸਭਾ ਕੌਣ ਹੈ, ਉਹ ਪਤਾ ਹੀ ਆਪਾਂ ਨੂੰ, ਆਪਣੇ ਵਾਈਸ ਪ੍ਰੈਜ਼ੀਡੈਂਟ ਜੋ ਨੇ ਵੈਂਕਈਆ ਨਾਇਡੂ, ਉਹ ਆਪਣੇ ਚੇਅਰਮੈਨ ਆਫ ਰਾਜ ਸਭਾ ਹੈ। ਜੇ ਮੈਂ ਡੈਪੂਟੀ ਚੇਅਰਮੈਨ ਦੀ ਗੱਲ ਕਰਾਂ, ਐਟ ਪ੍ਰੈਜ਼ੈਂਟ ਨੇ ਹਰੀਵੰਸ਼ ਨਾਰਾਇਣ ਸਿੰਘ, ਹਰੀਵੰਸ਼ ਨਾਰਾਇਣ ਸਿੰਘ। ਅਤੇ ਜੇ ਮੈਂ ਲੀਡਰ ਆਫ ਓਪੋਜੀਸ਼ਨ ਦੀ ਗੱਲ ਕਰਾਂ ਰਾਜ ਸਭਾ ਦੇ ਵਿੱਚ, ਉਹ ਨੇਗੇ ਜੀ ਐਟ ਪ੍ਰੈਜ਼ੈਂਟ ਮੱਲਿਕਾਰਜੁਨ ਖੜਗੇ, ਜਿਹੜੇ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਨੇ। ਇਹ ਤੋਂ ਪਹਿਲਾਂ ਸੀਗੇ ਜੀ ਗੁਲਾਮ ਨਬੀ ਆਜ਼ਾਦ, ਉਹ ਰੀਸੈਂਟਲੀ ਸਾਲ ਪਹਿਲਾਂ 1.5 ਸਾਲ ਪਹਿਲਾਂ ਰਿਟਾਇਰ ਹੋਏ ਸੀਗੇ, ਤਾਂ ਉਹਨਾਂ ਦੀ ਥਾਂ ਮੱਲਿਕਾਰਜੁਨ ਖੜਗੇ ਜਿਹੜੇ ਨੇ ਉਹ ਲੀਡਰ ਆਫ ਓਪੋਜੀਸ਼ਨ ਨੇ। ਅਤੇ ਜੇਕਰ ਮੈਂ ਲੀਡਰ ਆਫ ਰੂਲਿੰਗ ਪਾਰਟੀ ਗੱਲ ਕਰਾਂ ਰਾਜ ਸਭਾ ਦੇ ਵਿੱਚ, ਉਹ ਐਟ ਪ੍ਰੈਜ਼ੈਂਟ ਨੇ ਪਿਊਸ਼ ਗੋਇਲ। ਕਿਉਂਕਿ ਜਿਹੜੇ ਲੋਕ ਸਭਾ ਦੇ ਵਿੱਚ ਲੀਡਰ ਆਫ ਰੂਲਿੰਗ ਪਾਰਟੀ ਹੈ ਉਹ ਤਾਂ ਆਪਾਂ ਨੂੰ ਪਤਾ ਹੀ ਹੈ ਜੀ, ਉਹ ਤਾਂ ਆਪਣੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ। ਲੇਕਿਨ ਜੇ ਮੈਂ ਰਾਜ ਸਭਾ ਦੀ ਗੱਲ ਕਰਾਂ, ਉਹ ਪਿਊਸ਼ ਗੋਇਲ ਨੇ। ਇਹ ਕੁਝ ਫੈਕਟਸ ਨੇ, ਧਿਆਨ ਰੱਖਿਓ। ਕਈ ਵਾਰ ਪੁੱਛ ਲਿੱਤਾ ਜਾਂਦਾ ਹੈਗਾ, ਆਉਂਦੇ ਹੋਏ ਵੀ ਆਪਾਂ ਗਲਤ ਕਰ ਜਾਂਦੇ ਹਾਂ, ਫਿਰ ਆਪਾਂ ਇਹਨਾਂ ਚੀਜ਼ਾਂ ਬਾਰੇ ਸੋਚਦੇ ਵੀ ਨਹੀਂ ਵੀ ਆ ਵੀ ਪੁੱਛਿਆ ਜਾ ਸਕਦਾ ਹੈਗਾ। ਕਿਉਂਕਿ ਐਗਜ਼ਾਮ ਦੇ ਵਿੱਚ ਜੋ ਆ ਗਿਆ ਨਾ ਉਹੀ ਸੱਤ ਹੈ। ਆਪਾਂ ਜਾ ਕੇ ਜਿੰਨਾ ਮਰਜ਼ੀ ਕ੍ਰਿਟਿਸਿਜ਼ਮ ਕਰ ਲਈਏ, ਆਹ ਪੁੱਛ ਲਿਆ, ਆਹ ਪੁੱਛ ਲਿਆ, ਆਹ ਪੁੱਛ ਲਿਆ, ਬਟ ਲੇਕਿਨ ਰਿਐਲਿਟੀ ਤਾਂ ਇਹੀ ਹੈ ਕਿ ਆਪਾਂ ਨੂੰ ਆਉਂਦਾ ਨਹੀਂ ਸੀਗਾ, ਤਾਂ ਹੀ ਆਪਾਂ ਕ੍ਰਿਟਿਸਿਜ਼ਮ ਕਰਦੇ ਹਾਂ। ਕਿਉਂਕਿ ਉਹੀ ਪੇਪਰ ਦੇ ਕੇ ਨਾ ਕੋਈ ਤਾਂ ਪੱਕਾ ਜੋਬ ਲਊਗਾ ਹੀ ਲਊਗਾ। ਆਪਣੀ ਨੌਲੇਜ ਘੱਟ ਆ, ਆਪਾਂ ਕ੍ਰਿਟਿਸਿਜ਼ਮ ਕਰਨ ਲੈ, ਆਹ ਪੁੱਛ ਲਿਆ, ਆਹ ਪੁੱਛ ਲਿਆ, ਯਾਰ ਕਮਿਸ਼ਨ ਦੀ ਮਰਜ਼ੀ ਹੈ, ਕੁਛ ਵੀ ਪੁੱਛ ਸਕਦਾ। ਤਾਂ ਇਸ ਕਰਕੇ ਨਾ ਆਪਣੀ ਤਿਆਰੀ ਨਾ ਹਰ ਪੱਖੋਂ ਮਜ਼ਬੂਤ ਰੱਖਣੀ ਹੈ। ਕੁਛ ਵੀ ਪੁੱਛਿਆ ਸਕਦਾ, ਦਿਮਾਗ ਦੇ ਵਿੱਚ ਆਵੇ ਨਾ, ਕਿਸੇ ਵੀ ਟੋਪਿਕ ਨੂੰ ਲੈ ਕੇ, ਕਿਉਂ, ਕਿਆ, ਕੈਸੇ, ਵੈਸੇ, ਕੁਛ ਵੀ ਆਵੇ ਨਾ, ਉਹਦੇ ਬਾਰੇ ਸਰਚ ਕਰੋ ਅਤੇ ਆਪਣੇ ਨੋਟਸ ਬਣਾਓ। ਅਤੇ ਇੱਕ ਇੰਪੋਰਟੈਂਟ ਨੋਟਿਸ ਇਹ ਹੈ ਜੀ, ਇਹ ਤੋਂ ਪਹਿਲਾਂ ਵੀ ਮੈਂ ਨਾ ਆਪਾਂ ਪੂਰੇ ਕੰਪਲੀਟ 33 ਪਾਰਟ ਦੀ ਨਾ ਆਪਣੀ ਨਾਇਬ ਤਹਿਸੀਲਦਾਰ ਦੀ ਸੀਰੀਜ਼ ਆਲਰੇਡੀ ਲਿਆ ਚੁੱਕੇ ਹਾਂ, ਤੁਸੀਂ ਜਾ ਕੇ ਉਹ ਵੀ ਦੇਖ ਸਕਦੇ ਹੋ, ਉਹ ਵੀ ਤੁਹਾਨੂੰ ਬਹੁਤ ਜ਼ਿਆਦਾ ਹੈਲਪ ਦੇਵੇਗੀ ਐਗਜ਼ਾਮ ਦੇ ਵਿੱਚ। ਨੈਕਸਟ ਗੱਲ ਕਰ ਰਿਹਾ ਵੀ ਕੰਸੀਡਰ ਦਾ ਇਨਕਰੈਕਟ ਸਟੇਟਮੈਂਟ ਹੈ। ਦੇਖੋ ਗਲਤ ਕੁਐਸਚਨ ਪੁੱਛਿਆ ਹੈਗਾ, ਗਲਤ ਪੁੱਛਿਆ ਸਟੇਟਮੈਂਟ ਕਿ ਬ੍ਰਹਮੋਸ ਬਾਰੇ ਇਨਕਰੈਕਟ ਕਿਹੜੀ ਹੈ। ਪਹਿਲੀ ਗੱਲ ਕਰ ਰਿਹਾ ਇਟ ਇਜ਼ ਅ ਜੁਆਇੰਟ ਵੈਂਚਰ ਬਿਟਵੀਨ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ, ਜਿਹਨੂੰ ਆਪਾਂ ਇਸਰੋ ਕਹਿੰਦੇ ਹਾਂ, ਐਂਡ NPOM ਜਿਹੜਾ ਰਸ਼ੀਆ ਦੀ ਜਿਹੜੀ ਹੈਗੀ ਕੰਪਨੀ ਹੈ। ਦੈਟ ਮੀਨਸ ਇਹ ਇੰਡੀਆ ਅਤੇ ਰਸ਼ੀਆ ਦਾ ਇੱਕ ਜੁਆਇੰਟ ਵੈਂਚਰ ਹੈ, ਜੋ ਕਿ ਗੱਲ ਬਿਲਕੁਲ ਸਹੀ ਹੈ। ਲੇਕਿਨ ਹਲਕੀ ਜਿਹੀ ਗਲਤੀ ਕੀ ਆਉਂਦੀ ਹੈ, ਇਹ ਇੰਡੀਆ ਅਤੇ ਰਸ਼ੀਆ ਦਾ ਜੁਆਇੰਟ ਵੈਂਚਰ ਤਾਂ ਹੈ, ਲੇਕਿਨ ਉਹ ਇਸਰੋ ਦਾ ਨਹੀਂ ਹੈ, DRDO ਅਤੇ NPOM ਆਫ ਰਸ਼ੀਆ ਦਾ ਹੈਗਾ। ਤਾਂ ਪਹਿਲੀ ਸਟੇਟਮੈਂਟ ਤਾਂ ਗਲਤ ਹੋ ਗਈ। ਸੈਕਿੰਡ ਗੱਲ ਕਰ ਰਿਹਾ ਇਟ ਇਜ਼ ਅ 4 ਸਟੇਜ ਮਿਸਾਈਲ, ਤਾਂ ਇਹ ਸਟੇਟਮੈਂਟ ਵੀ ਗਲਤ ਹੋ ਗਈ। ਤਾਂ ਆਪਣਾ ਆਨਸਰ ਕੀ ਹੋਊਗਾ ਜੀ, ਆਪਸ਼ਨ ਨੰਬਰ D ਨਹੀਂ, ਆਪਣਾ ਆਨਸਰ ਹੋਊਗਾ ਆਪਸ਼ਨ ਨੰਬਰ C, ਕਿਉਂਕਿ ਪੁੱਛਿਆ ਗਿਆ ਸੀਗਾ ਗਲਤ ਸਟੇਟਮੈਂਟ ਕਿਹੜੀ ਹੈ, ਤਾਂ ਦੋਨੋਂ ਹੀ ਗਲਤ ਨੇ। ਹੁਣ ਸਹੀ ਕੀ ਹੈ ਫਿਰ? ਪਹਿਲੀ ਗੱਲ ਤਾਂ ਆਪਾਂ ਨੂੰ ਪਤਾ ਹੀ ਹੈਗਾ ਜੀ, ਬ੍ਰਹਮੋਸ ਦਾ ਮਿਸਾਈਲ ਦਾ ਜਿਹੜਾ ਨਾਮ ਹੈ ਉਹ ਆਪਣੀ ਇੰਡੀਆ ਅਤੇ ਰਸ਼ੀਆ ਦੀ ਜਿਹੜੀ ਰੀਵਰ ਨੇ, ਇੰਡੀਆ ਦੇ ਵਿੱਚ ਬ੍ਰਹਮਪੁੱਤਰਾ ਅਤੇ ਰਸ਼ੀਆ ਦੇ ਵਿੱਚ ਮੋਸਕਵਾ, ਉਹਦੇ ਨਾਂ 'ਤੇ ਪਏਗਾ ਬ੍ਰਹਮੋਸ। ਅਤੇ ਇਹ ਕੀ ਹੈ ਜੀ, ਮਲਟੀ ਪਲੈਟਫਾਰਮ ਮਿਸਾਈਲ ਹੈ। ਮਲਟੀ ਪਲੈਟਫਾਰਮ ਮਿਸਾਈਲ ਦਾ ਮਤਲਬ ਕੀ ਹੈ ਕਿ ਇਹਨੂੰ ਕਿੱਥੋਂ ਵੀ ਲਾਂਚ ਕੀਤਾ ਜਾ ਸਕਦਾ ਹੈ, ਪਾਣੀ ਦੇ ਵਿੱਚੋਂ, ਲੈਂਡ ਦੇ ਵਿੱਚੋਂ, ਸੀ ਦੇ ਵਿੱਚੋਂ, ਏਅਰ ਦੇ ਵਿੱਚੋਂ। ਅਤੇ ਮਲਟੀ ਕੈਪੇਬਿਲਿਟੀ ਮਿਸਾਈਲ ਜਿਹੜੀ ਹੈ ਉਹ ਹੈਗਾ, ਅਤੇ ਪਿਨ ਪੁਆਇੰਟ ਐਕੂਰੇਸੀ, ਯਾਨੀ ਕਿ ਜਿੱਥੇ ਇਹਨੂੰ ਛੱਡਣ ਲਈ ਕਿਹਾ ਗਿਆ, ਜੋ ਟਾਰਗੇਟ ਦਿੱਤਾ ਇਹਨੇ ਉੱਥੇ ਹੀ ਹਿੱਟ ਕਰਨਾ ਹੈਗਾ, ਤਾਂ ਹੀ ਇੱਥੇ ਕਿਹਾ ਪਿਨ ਪੁਆਇੰਟ ਐਕੂਰੇਸੀ।
ਤੇ ਇਹ ਦਿਨ ਰਾਤ ਕਿਸੇ ਵੀ ਵੈਦਰ ਦੇ ਵਿੱਚ ਹਰ ਟਾਈਮ ਕੰਮ ਕਰ ਸਕਦਾ ਹੈਗਾ। ਤੇ ਇੱਕ 2 ਸਟੇਜ ਜਿਹੜਾ ਹੈਗਾ ਮਿਸਾਈਲ ਹੈ, ਯਾਨੀ ਕਿ ਸੋਲਿਡ ਪ੍ਰੋਪੈਲੈਂਟ ਇੰਜਨ ਜਿਹੜਾ ਫਸਟ ਸਟੇਜ ਤੇ ਲਿਕੁਇਡ ਰਾਮਜੈਟ ਹੈ ਸੈਕਿੰਡ ਤੇ। ਤਾਂ 4 ਸਟੇਜ ਨਹੀਂ ਹੈਗਾ, 2 ਸਟੇਜ ਹੈਗਾ। ਤਾਂ ਆਪਸ਼ਨ ਨੰਬਰ ਸੀ ਜਿਹੜਾ ਇਹਦਾ ਸਹੀ ਆਨਸਰ ਹੈ। ਯਾਦ ਰੱਖਿਓ ਕਿਉਂਕਿ ਰਸ਼ੀਆ ਦੇ ਨਾਲ ਆਪਣੇ ਜਿਹੜੇ ਡਿਫੈਂਸ ਦੇ ਰਿਸ਼ਤੇ ਨੇ ਕਾਫੀ ਜ਼ਿਆਦਾ ਮਜ਼ਬੂਤ ਨੇ, ਤੇ ਆਹੀ ਰੀਜ਼ਨ ਰਿਹਾ ਹੈ ਕਿ ਇੰਡੀਆ ਨੇ ਰਸ਼ੀਆ ਯੂਕਰੇਨ ਵੋਰ ਦੇ ਵਿੱਚ ਰਸ਼ੀਆ ਦਾ ਹੀ ਸਾਥ ਦਿੱਤਾ ਹੈਗਾ, ਜਿਹੜਾ ਕਿ ਇੱਕ ਕਾਫੀ ਜ਼ਿਆਦਾ ਮੈਂ ਕਹਾਂਗਾ ਇੱਕ ਡਿਪਲੋਮੈਟਿਕ ਵੇ ਨਾਲ ਬਹੁਤ ਹੀ ਸਹੀ ਕੀਤਾ ਗਿਆ ਹੈਗਾ। ਰਾਦਰ ਦੈਨ ਕਿ ਨਾਟੋ ਯਾਰ ਅਮਰੀਕਾ ਦਾ ਸਾਥ ਦੇਣ ਨਾਲੋਂ ਆਪਾਂ ਰਸ਼ੀਆ ਦਾ ਸਾਥ ਦੇਣਾ ਆਪਣੇ ਲਈ ਜ਼ਿਆਦਾ ਬੈਨੀਫੀਸ਼ੀਅਲ ਹੈ, ਕਿਉਂਕਿ ਜਦੋਂ ਵੀ ਪਾਸ ਦੇ ਵਿੱਚ ਆਪਾਂ ਨੂੰ ਲੋੜ ਪਈ ਰਸ਼ੀਆ ਆਪਣੇ ਨਾਲ ਹਮੇਸ਼ਾ ਖੜ੍ਹਾ ਹੀ ਹੈ। USA ਦਾ ਕੰਮ ਇਹੀ ਹੈ ਲੜਾਉਣਾ ਹੈਗਾ ਬਾਅਦ ਦੇ ਵਿੱਚ, ਕਿਉਂਕਿ ਜਦੋਂ ਵੀ ਆਪਣੇ ਪਾਕਿਸਤਾਨ ਨਾਲ ਯੁੱਧ ਹੋਏ ਨੇ USA ਨੇ ਇੱਕ ਤਰ੍ਹਾਂ ਤੋਂ ਪਾਕਿਸਤਾਨ ਦਾ ਹੀ ਸਾਥ ਦਿੱਤਾ ਸੀਗਾ, ਲੇਕਿਨ ਜੇ ਰਸ਼ੀਆ ਦੀ ਗੱਲ ਕਰੀਏ ਰਸ਼ੀਆ ਆਪਣੇ ਨਾਲ ਹਮੇਸ਼ਾ ਹੀ ਸਟੈਂਡ ਕੀਤਾ ਸੀਗਾ। ਹੁਣ ਆਪਣੀ ਵਾਰੀ ਸੀ ਕਿ ਆਪਾਂ ਉਹਦੇ ਲਈ ਸਟੈਂਡ ਰੱਖਦੇ। ਨੈਕਸਟ ਗੱਲ ਕਰਦਾ ਪੰਚਾਇਤੀ ਰਾਜ ਸਿਸਟਮ ਦੇ ਐਵੋਲਿਊਸ਼ਨ ਦੇ ਵਿੱਚ ਸਟੇਟਮੈਂਟ ਕੰਸੀਡਰ ਕਰਨ ਲਈ ਕਹਿ ਰਿਹਾ ਕਿ ਪਹਿਲੀ ਸਟੇਟਮੈਂਟ ਕਹਿ ਰਿਹਾ ਦ ਟਰਮ ਆਫ ਦ ਰੈਫਰੈਂਸ ਫੋਰ GVK ਰਾਓ ਕਮੇਟੀ ਵਾਸ ਟੂ ਰਿਵਿਊ ਦ ਐਗਜ਼ਿਸਟਿੰਗ ਐਡਮਿਨਿਸਟ੍ਰੇਟਿਵ ਅਰੇਂਜਮੈਂਟ ਫੋਰ ਰੂਰਲ ਡਿਵੈਲਪਮੈਂਟ, ਯਾਨੀ ਕਿ ਜਿਹੜੀ GVK ਰਾਓ ਦੀ ਕਮੇਟੀ ਆ ਉਹ ਰਿਵਿਊ ਕਰਨ ਲਈ ਸੀਗੀ ਜਿਹੜੇ ਐਟ ਪ੍ਰੈਜ਼ੈਂਟ ਜਿਹੜੇ ਉਸ ਸਮੇਂ ਦੇ ਵਿੱਚ ਰੂਰਲ ਡਿਵੈਲਪਮੈਂਟ ਦੇ ਐਡਮਿਨਿਸਟ੍ਰੇਟਿਵ ਰੂਲ ਸੀਗੇ ਉਹਦੇ ਲਈ ਸੀਗੀ। ਤਾਂ ਇਹ ਸਟੇਟਮੈਂਟ ਬਿਲਕੁਲ ਸਹੀ ਹੈ, 1985 ਦੇ ਵਿੱਚ ਹੋਇਆ ਸੀਗਾ। ਕੀ ਕਰ ਰਹੀ ਸੀ ਕਮੇਟੀ? ਦਾ ਕਮੇਟੀ ਟੂ ਰਿਵਿਊ ਦਾ ਐਗਜ਼ਿਸਟਿੰਗ ਐਡਮਿਨਿਸਟ੍ਰੇਟਿਵ ਅਰੇਂਜਮੈਂਟ ਫੋਰ ਰੂਰਲ ਡਿਵੈਲਪਮੈਂਟ ਐਂਡ ਪੋਵਰਟੀ ਐਲੀਵੇਸ਼ਨ, ਯਾਨੀ ਕਿ ਗਰੀਬੀ ਹਟਾਉਣ ਦੇ ਵਿੱਚ ਵੀ ਸੀਗਾ, 1985 ਦੇ ਵਿੱਚ ਸੀਗਾ। ਨੈਕਸਟ ਗੱਲ ਕਰ ਰਿਹਾ ਕਿ ਜਿਹੜੀ LM ਸਿੰਘਵੀ ਕਮੇਟੀ ਸੀਗੀ ਉਹਨੇ ਕੀ ਕੀਤਾ ਸੀਗਾ ਟੂ ਪ੍ਰਪੇਅਰ ਏ ਕੰਸੈਪਟ ਪੇਪਰ ਆਫ ਰੀਵਾਈਟਲਾਈਜੇਸ਼ਨ ਆਫ ਪੰਚਾਇਤੀ ਰਾਜ ਇੰਸਟੀਟਿਊਟ। ਆ ਦੇਖੋ ਜੀ, LM ਸਿੰਘਵੀ ਦਾ ਰਾਜੀਵ ਗਾਂਧੀ ਗਵਰਨਮੈਂਟ ਕ੍ਰੀਏਟਡ ਏ ਕਮੇਟੀ ਟੂ ਡਿਵੈਲਪਡ ਏ ਕੰਸੈਪਟ ਪੇਪਰ on the revitalization of ਪੰਚਾਇਤੀ ਰਾਜ ਸਿਸਟਮ ਫॉर ਡੈਮੋਕ੍ਰੇਸੀ ਐਂਡ ਡਿਵੈਲਪਮੈਂਟ। ਦੇਖੋ ਐਜ਼ ਇਟ ਇਜ਼ ਸਟੇਟਮੈਂਟ ਚੱਕ ਕੇ ਪਾਈ ਹੋਈ ਹੈ ਤੇ ਪੁੱਛਿਆ ਹੋਇਆ ਹੈਗਾ, ਤਾਂ ਦੈਟ ਮੀਨਸ ਆਪਾਂ ਕੀ ਕਹਿ ਸਕਦੇ ਹਾਂ ਇਹ ਦੋਨੋਂ ਹੀ ਸਟੇਟਮੈਂਟ ਜਿਹੜੇ ਨੇ ਕਰੈਕਟ ਨੇ ਆਪਸ਼ਨ ਨੰਬਰ ਸੀ ਦੇ ਵਿੱਚ। ਨੈਕਸਟ ਗੱਲ ਕਰਦਾ ਹੈ ਵੈਨ ਏ ਡਿਫੀਟਡ ਕੈਂਡੀਡੇਟਸ ਲੂਜ਼ ਸਿਕਿਉਰਿਟੀ ਡਿਪੋਜ਼ਿਟ ਇਨ ਇਲੈਕਸ਼ਨ। ਮੰਨ ਲਓ ਹੁਣ ਇਲੈਕਸ਼ਨ ਹੋਏ ਨੇ ਤਾਂ ਆਪਾਂ ਕਈ ਵਾਰ ਕਹਿ ਦਿੰਦੇ ਨਾ ਵੀ ਹਾਰ ਗਿਆ। ਇੱਕ ਤਾਂ ਹੋ ਗਿਆ ਹਾਰ ਗਿਆ, ਇੱਕ ਹੋ ਗਿਆ ਬੁਰੀ ਤਰ੍ਹਾਂ ਹਾਰਨਾ ਕਿ ਜ਼ਮਾਨਤ ਵੀ ਜ਼ਬਤ ਹੋ ਗਈ ਜੀ, ਮਤਲਬ ਕਿ ਸਿਕਿਉਰਿਟੀ ਡਿਪੋਜ਼ਿਟ ਸੀਗਾ ਉਹ ਵੀ ਹਾਰ ਗਿਆ। ਅਤੇ ਜ਼ਮਾਨਤ ਜ਼ਬਤ ਉਹਨੂੰ ਬਹੁਤ ਹੀ ਜ਼ਿਆਦਾ ਕਰਾਰੀ ਹਾਰ ਮੰਨਿਆ ਜਾਂਦਾ ਹੈਗਾ। ਅਤੇ ਕਦੋਂ ਕੰਸੀਡਰ ਕੀਤੀ ਜਾਂਦੀ ਹੈ? ਪਰ ਕੌਨਸਟੀਟਿਊਸ਼ਨਲੀ ਦੇਖੀਏ ਇਹ ਉਦੋਂ ਕੰਸੀਡਰ ਕੀਤੀ ਜਾਂਦੀ ਹੈ ਜਦੋਂ ਉਹਨੂੰ 1/6 ਤੋਂ ਵੀ ਘੱਟ ਵੋਟਾਂ ਪੈਣ, 1/6, ਯਾਨੀ ਕਿ ਆਪਸ਼ਨ ਨੰਬਰ ਸੀ। ਵੈਨ ਏ ਡਿਫੀਟਡ ਕੈਂਡੀਡੇਟ ਹੂ ਫੇਲਸ ਟੂ ਸਿਕਿਉਰ ਮੋਰ ਦੈਨ 1/6, ਯਾਨੀ ਕਿ ਉਹਨੂੰ 1/6 ਤੋਂ ਵੱਧ ਵੋਟਾਂ ਮਿਲਣ ਵਿੱਚ ਉਹ ਡਿਫੀਟ ਰਿਹਾ ਹੈਗਾ, ਫੇਲ ਰਿਹਾ ਹੈਗਾ, ਯਾਨੀ ਕਿ 1/6 ਤੋਂ ਵੱਧ ਮਿਲ ਜਾਂਦੀ, ਹਾਰਦਾ ਤਾਂ ਫਿਰ ਵੀ, ਲੇਕਿਨ ਉਹਦੀ ਸਿਕਿਉਰਿਟੀ ਵਾਪਸ ਹੋ ਜਾਂਦੀ, ਜ਼ਮਾਨਤ ਜ਼ਬਤ ਨਾ ਹੁੰਦੀ ਹੈਗੀ। ਪਹਿਲਾ ਆਪਸ਼ਨ ਕੀ ਕਹਿ ਰਿਹਾ ਹੈਗਾ ਵੈਨ ਏ ਡਿਫੀਟਡ ਕੈਂਡੀਡੇਟ ਸਿਕਿਉਰ ਲੈਸ ਦੈਨ ਨੰਬਰ ਆਫ ਨੋਟਾ। ਦੇਖੋ ਨੋਟਾਂ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂ ਹੈਗਾ, ਭਾਵੇਂ ਨੋਟਾਂ ਦਾ ਪਰਸੈਂਟੇਜ ਨਾ 51% ਵੀ ਹੋ ਜਾਏ ਨਾ, ਮੰਨ ਲਿਆ ਅਦਰ ਕੈਂਡੀਡੇਟ ਨੂੰ ਰਕਮ ਲਾ ਕੇ 49% ਵੀ ਪਵੇ, ਫਿਰ ਵੀ ਇਹਨਾਂ 49% ਦੇ ਵਿੱਚ ਜਿਹਨੂੰ ਸਭ ਤੋਂ ਜ਼ਿਆਦਾ ਵੋਟ ਮਿਲੀ ਆ ਉਹਨੂੰ ਹੀ ਜਿੱਤੂ ਕਰਾਰ ਮੰਨਿਆ ਜਾਏਗਾ। ਯਾਨੀ ਕਿ ਨੋਟਾ ਹੈਗਾ ਤਾਂ ਹੈ ਲੇਕਿਨ ਹੈ ਵੀ ਨਹੀਂ। ਉਹ ਕਿਹਦਾ ਮਤਲਬ ਕੀ ਹੈ? ਪਤਾ ਲੱਗ ਜੂਗਾ ਵੀ ਜਨਤਾ ਦੀ ਪਸੰਦ ਜਿਹੜੀ ਇਹਨਾਂ ਨੇਤਾਵਾਂ ਵਿੱਚੋਂ ਨਹੀਂ ਹੈਗੀ, ਬਟ ਸਟਿਲ ਦਿੱਤਾ ਜਾਊਗਾ ਦਰਜਾ ਇਹਨਾਂ ਨੂੰ। ਹਾਲਾਂਕਿ ਹੋਣਾ ਤਾਂ ਹੀ ਚਾਹੀਦਾ ਸੀਗਾ ਵੀ ਜੇ ਨੋਟਾ 50% ਪਲੱਸ ਜਾਂਦਾ ਹੈਗਾ ਤਾਂ ਉੱਥੇ ਕੌਨਸਟੀਟਿਊਸ਼ਨ ਦੇ ਵਿੱਚ ਜਿਹੜੇ ਕੈਂਡੀਡੇਟ ਲੜ ਰਹੇ ਨੇ ਉਹ ਰੱਦ ਹੋਣਗੇ। ਨੈਕਸਟ ਗੱਲ ਕਰ ਰਿਹਾ ਵੈਨ ਏ ਡਿਫੀਟਡ ਕੈਂਡੀਡੇਟ ਰਿਸੀਵ ਲੋਵੈਸਟ ਨੰਬਰ ਆਫ ਵੋਟ, ਜੋ ਕਿ ਬਿਲਕੁਲ ਗਲਤ ਹੈਗਾ, ਆਪਸ਼ਨ ਨੰਬਰ ਸੀ ਦਾ ਰਾਈਟ ਹੈ। ਅਤੇ ਇੱਕ ਗੱਲ ਹੋਰ, ਓਪੋਜੀਸ਼ਨ ਕਿਵੇਂ ਸਿਲੈਕਟ ਹੁੰਦੀ ਹੈ? ਓਪੋਜੀਸ਼ਨ ਜਿੰਨੀ ਟੋਟਲ ਸੀਟ ਹੁੰਦੀ ਹੈ ਉਹਦੇ 1/10 ਸੀਟ ਉਸ ਪਾਰਟੀ ਨੂੰ ਸਿਕਿਉਰ ਕਰਨੀ ਪੈਂਦੀ ਹੈ ਤਾਂ ਉਹਨੂੰ ਓਪੋਜੀਸ਼ਨ ਪਾਰਟੀ ਦਾ ਦਰਜਾ ਮਿਲਦਾ ਹੈ। ਅੱਜ ਦੀ ਵੀਡੀਓ ਦਾ ਲਾਸਟ ਕੁਐਸਚਨ ਹੈ ਅਤੇ ਕਾਫੀ ਜ਼ਿਆਦਾ ਇੰਪੋਰਟੈਂਟ ਹੈ। ਹੁਣ ਆਪਾਂ ਨੂੰ ਪਤਾ ਹੀ ਹੈ ਕਿ ਰੀਸੈਂਟਲੀ ਦਸੰਬਰ ਮੰਥ ਦੇ ਵਿੱਚ PM ਮੋਦੀ ਪੰਜਾਬ ਆਏ ਸੀਗੇ ਅਤੇ ਉਹਨਾਂ ਦੀ ਸਿਕਿਉਰਿਟੀ ਦੇ ਵਿੱਚ ਬ੍ਰੀਚ ਵੀ ਹੋਇਆ ਸੀਗਾ। ਹੁਣ ਆਪਾਂ ਨੂੰ ਪਤਾ ਹੈ ਕਿ ਜਿਹੜੀ PM ਦੀ ਸਿਕਿਉਰਿਟੀ ਹੈ ਉਹ SPG ਦੇ ਹੱਥੋਂ ਹੁੰਦੀ ਹੈਗੀ ਹੈ। ਤਾਂ ਉਹਦੇ ਗੱਲ ਕਰ ਰਿਹਾ ਕਿ ਇਹ ਕਿਹੜੀ ਕਮੇਟੀ ਦੇ ਰਿਕਮੈਂਡੇਸ਼ਨ 'ਤੇ ਕ੍ਰੀਏਟ ਕੀਤੀ ਗਈ ਸੀਗੀ। ਪਹਿਲਾ ਆਪਸ਼ਨ ਕਹਿ ਰਿਹਾ ਸਵਰਨ ਸਿੰਘ ਕਮੇਟੀ। ਸਵਰਨ ਸਿੰਘ ਕਮੇਟੀ ਦਾ ਨਾਮ ਲੈਣਾ ਤਾਂ ਮੈਨੂੰ ਕੁਛ ਫੰਡਾਮੈਂਟਲ ਡਿਊਟੀਜ਼ ਕਰਕੇ ਯਾਦ ਆਉਂਦਾ ਹੈ। 1976 ਦੇ ਵਿੱਚ ਫੰਡਾਮੈਂਟਲ ਡਿਊਟੀਜ਼ ਜਿਹੜੀ ਸੀਗੀ ਸਵਰਨ ਸਿੰਘ ਕਮੇਟੀ ਦੇ ਕਰਕੇ ਆਈ ਸੀਗੀ। ਅਤੇ ਜਿਹੜੇ ਅਸ਼ੋਕ ਮਹਿਤਾ ਕਮੇਟੀ ਹੈ ਉਹਦੇ ਆਪਾਂ ਨੂੰ ਪਤਾ ਹੈ ਪੰਚਾਇਤੀ ਰਾਜ ਸਿਸਟਮ ਬਾਰੇ ਗੱਲ ਕਰਦਾ ਹੈ। ਹੁਣ ਆਪਾਂ ਗੱਲ ਕਰਦੇ ਹਾਂ ਬਿਰਬਲ ਨਾਥ ਕਮੇਟੀ। ਤਾਂ ਇਸ ਕੁਐਸਚਨ ਦਾ ਆਨਸਰ ਕੀ ਹੈ? ਆਪਸ਼ਨ ਨੰਬਰ ਸੀ, ਬਿਰਬਲ ਨਾਥ ਕਮੇਟੀ ਦੀ ਰਿਕਮੈਂਡੇਸ਼ਨ 'ਤੇ ਹੀ SPG ਜਿਹੜੀ ਸੀ ਉਹ ਇਸਟੈਬਲਿਸ਼ ਹੋਈ ਸੀ, ਬਣੀ ਸੀਗੀ। ਇਹਦਾ ਮੋਟੋ ਕੀ ਹੈ? ਇਹਦਾ ਮੋਟੋ ਹੈਗਾ ਜੀ ਬਰੇਵਰੀ, ਡੈਡੀਕੇਸ਼ਨ ਐਂਡ ਸਿਕਿਉਰਿਟੀ। ਧਿਆਨ ਰੱਖਿਓ ਪੁੱਛਿਆ ਜਾ ਸਕਦਾ ਹੈ ਕਿਉਂਕਿ ਰੀਸੈਂਟਲੀ 2-4 ਮਹੀਨੇ ਪਹਿਲਾਂ ਦੀ ਗੱਲ ਹੈ।
ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਦੇ ਵਿੱਚ ਬ੍ਰੀਚ ਹੋਣਾ ਕੋਈ ਛੋਟੀ ਮਾਮੂਲੀ ਗੱਲ ਨਹੀਂ ਹੈਗੀ। ਕੋਈ ਪ੍ਰਾਈਮ ਮਿਨਿਸਟਰ ਨਾਲ ਕੋਈ ਚੱਲਦਾ ਫਿਰਦਾ ਬੇਵੜਾ ਨਹੀਂ ਹੈਗਾ ਵੀ ਹੋ ਗਿਆ ਕੰਮ। ਪ੍ਰਾਈਮ ਮਿਨਿਸਟਰ ਦਾ ਮਤਲਬ ਹੈ ਕਿ ਐਟ ਦੈਟ ਪ੍ਰੈਜ਼ੈਂਟ ਟਾਈਮ ਉਹ ਆਪਣੇ ਦੇਸ਼ ਦਾ ਪ੍ਰਾਈਮ ਮਿਨਿਸਟਰ ਹੈ, ਕਿਸੇ ਪੋਲੀਟੀਕਲ ਪਾਰਟੀ ਦੀ ਗੱਲ ਨਹੀਂ ਹੈਗੀ ਇਸ ਟਾਈਮ। ਕਿਉਂਕਿ ਉਸ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਹੇਟਰਡ ਦੇਖਣ ਨੂੰ ਮਿਲੀ ਸੀ PM ਬਾਰੇ, ਕਿਉਂਕਿ ਜਸਟ ਬਿਕੋਜ਼ ਆਫ ਕਿਸਾਨ ਅੰਦੋਲਨ। ਕਿਉਂਕਿ ਜਿਹੜਾ ਉਹਨਾਂ ਨੇ ਬਿੱਲ ਲੈ ਕੇ ਆਇਆ ਸੀਗਾ ਉਹਦੇ ਵਿਰੋਧ ਦੇ ਵਿੱਚ ਕਾਫੀ ਜ਼ਿਆਦਾ ਨਫ਼ਰਤ ਸੀਗੀ ਪੰਜਾਬ ਦੇ ਵਿੱਚ। ਹੋ ਸਕਦਾ ਤੁਹਾਡੇ ਲੋਕਾਂ ਵਿੱਚ ਵੀ ਕੁਝ ਇਹੋ ਜਿਹੇ ਲੋਕ ਹੋਣ, ਲੇਕਿਨ ਜੇਕਰ ਮੈਂ ਫੈਕਟਸ ਦੇ ਉੱਪਰ ਗੱਲ ਕਰਾਂ ਨਾ, ਜਿਹੜਾ ਬਿੱਲ ਗਵਰਨਮੈਂਟ ਲੈ ਕੇ ਆਈ ਸੀਗੀ ਉਹ ਇਹੋ ਜਿਹਾ ਬਿੱਲ ਲਿਆਉਣ ਦੀ ਜਿਹੜੀ ਪ੍ਰੋਬਿਲਿਟੀ ਸੀ ਉਹ ਪੁਰਾਣੀ ਸਰਕਾਰਾਂ ਦੀ ਸੀਗੀ। ਮਤਲਬ ਕਿ ਉਹ ਵੀ ਚਾਹ ਰਹੇ ਸੀਗੇ ਬਿੱਲ ਲੈ ਕੇ ਆਉਣਾ, ਅਤੇ ਇਸ ਬੰਦੇ ਨੇ ਜੀ ਆ ਕੇ ਅਪਲਾਈ ਕਰਤਾ ਜੀ, ਕਰਨਾ ਉਹ ਵੀ ਚਾਹ ਰਹੇ ਸੀਗੇ। ਅਤੇ ਫਿਰ ਬਾਕੀ ਸਾਰਿਆਂ ਨੇ ਜਿੱਦਾਂ ਸੀਗੀ ਪੋਲੀਟੀਕਲ ਪਾਰਟੀ ਨੇ ਆਪਣੇ ਆਪਣੇ ਰੋਲ ਨਿਭਾਏ, ਅਪੋਜੀਸ਼ਨ ਨੇ ਅਪੋਜੀਸ਼ਨ ਦਾ ਰੋਲ ਨਿਭਾਇਆ, ਦਿਖਾਇਆ ਵੀ ਪੂਰੀ ਤਰ੍ਹਾਂ ਗਲਤ ਹੈ। ਚਲੋ ਜੋ ਵੀ ਸੀਗਾ ਉਹ ਹੋ ਗਿਆ, ਬਿੱਲ ਵਾਪਸ ਲੈ ਲਿੱਤੇ ਗਏ ਸੀਗੇ। ਲੇਕਿਨ ਜਦੋਂ ਉਹ ਇੱਕ ਦੌਰੇ 'ਤੇ ਆਏ ਸੀਗੇ ਤਾਂ ਇਹੋ ਜਿਹੀ ਚੀਜ਼ਾਂ ਨਹੀਂ ਹੋਣੀ ਚਾਹੀਦੀਆਂ ਸੀਗੀਆਂ। ਕਿਉਂਕਿ ਉਹਦੇ ਬਾਅਦ ਵੀ ਤੁਸੀਂ ਦੇਖਿਆ ਹੁਣ ਅੱਜ ਕੱਲ੍ਹ ਵੀਡੀਓਜ਼ ਕਾਫੀ ਆ ਰਹੀਆਂ ਸੀਗੀ ਵੀ ਅਡਾਨੀ ਦੇ ਗਰੁੱਪ ਮੋਗਾ ਦੇ ਜਿਹੜੇ ਸੈਲਰ ਨੇ ਉਹਨਾਂ ਵਿੱਚੋਂ ਹੀ ਕਿਸਾਨ ਜਿਹੜੇ ਨੇ ਫਿਰ ਆਪਣੀ ਫਸਲ ਵੇਚਣ ਜਾ ਰਹੇ ਨੇ। ਦੈਟ ਮੀਨਸ ਜੇ ਵੇਚਣੀ ਸੀਗੀ ਫਸਲ ਅਡਾਨੀਆਂ ਨੂੰ, ਫਿਰ ਇੰਨੇ ਸਾਲ ਡੇਢ ਸਾਲ ਜਿਹੜਾ ਲੰਬਾ ਪ੍ਰਦਰਸ਼ਨ ਚੱਲਿਆ ਉਹਦੀ ਲੋੜ ਕੀ ਸੀਗੀ, ਇੰਨੇ ਜ਼ਿਆਦਾ ਲੋਕ ਆਪਣੇ ਜਿਹੜੇ ਮਾਰੇ ਗਏ ਸੀਗੇ। ਚਲੋ ਖੈਰ ਛੋੜੋ, ਇਹ ਐਗਜ਼ਾਮ ਤੋਂ ਡਿਫਰੈਂਟ ਗੱਲਾਂ ਨੇ। SPG ਐਂਡ ਇਟਸ ਪਲੋਏ ਵੀ ਜਿਹੜੇ ਵੀ SPG ਦੇ ਅੰਦਰ ਉਹਦੇ ਮੈਂਬਰ ਨੇ ਉਹ RTI ਤੋਂ ਅੱਡ ਨੇ। RTI ਤੋਂ ਅੱਡ ਮਤਲਬ ਕੀ ਹੈ ਵੀ ਕੋਈ ਬੰਦਾ SPG ਬਾਰੇ ਨੌਲੇਜ ਨਹੀਂ ਲੈ ਸਕਦਾ। ਆਪਾਂ ਨੂੰ ਪਤਾ RTI ਬਾਰੇ ਆਪਾਂ ਗਵਰਨਮੈਂਟ ਦੇ ਕਾਫੀ ਸਾਰੇ ਆਰਗੇਨਾਈਜੇਸ਼ਨ, ਗਵਰਨਮੈਂਟ ਨੇ ਕਿੰਨਾ ਕੰਮ ਕੀਤਾ, ਕਿੰਨਾ ਖਰਚਾ ਕੀਤਾ, ਕੌਣ ਕੀ ਹੈ, ਆਪਾਂ ਸਭ ਕੁਝ ਪੁੱਛ ਸਕਦੇ ਹਾਂ। ਲੇਕਿਨ SPG ਜਿਹੜਾ ਹੈ ਤੋਂ ਐਕਸਕਲੂਡ ਹੈ, ਆਪਾਂ SPG ਬਾਰੇ ਕੋਈ ਇਨਫੋਰਮੇਸ਼ਨ ਨਹੀਂ ਲੈ ਸਕਦੇ। ਅਤੇ ਇਹਦਾ ਸੋਲ ਮਿਸ਼ਨ ਅਤੇ ਰਿਸਪੋਂਸੀਬਿਲਿਟੀ ਕੀ ਹੈ? ਪ੍ਰਾਈਮ ਮਿਨਿਸਟਰ ਆਫ ਇੰਡੀਆ ਦੀ ਪ੍ਰੋਟੈਕਸ਼ਨ। ਆਪਸ਼ਨ ਨੰਬਰ C ਇਹਦਾ ਸਹੀ ਆਨਸਰ ਹੋਊਗਾ। ਆਪਸ਼ਨ ਨੰਬਰ C ਬਿਰਬਲਨਾਥ ਕਮੇਟੀ। ਅਤੇ ਤੇਂਦੁਲਕਰ ਕਮੇਟੀ ਬਾਰੇ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸੋਗੇ ਵੀ ਤੇਂਦੁਲਕਰ ਕਮੇਟੀ ਕਿਹਦੇ ਬਾਰੇ ਸੀਗੀ। ਤਾਂ ਇਹ ਸੀਗਾ ਜੀ ਅੱਜ ਦਾ ਆਪਣਾ ਵੀਡੀਓ। ਜੇ ਤੁਹਾਨੂੰ ਚੰਗੀ ਲੱਗੇ ਹੋਵੇ, ਤੁਹਾਨੂੰ ਲੱਗਿਆ ਹੋਵੇ ਤੁਹਾਨੂੰ ਵੀਡੀਓ ਤੋਂ ਕੁਛ ਨਾ ਕੁਛ ਨੌਲੇਜ ਮਿਲੀ ਹੈ, ਤਾਂ ਡੈਫੀਨੇਟਲੀ ਲਾਈਕ ਬਟਨ ਹਿੱਟ ਕਰਨਾ। ਜੇ ਨਹੀਂ ਲੱਗਿਆ ਤਾਂ ਡਿਸਲਾਈਕ ਕਰ ਦੇਣਾ, ਲੇਕਿਨ ਕਮੈਂਟ ਸੈਕਸ਼ਨ 'ਤੇ ਦੱਸਣਾ ਵੀ ਕੀ ਕਮੀ ਰਹੀ, ਆਪਾਂ ਦੂਰ ਕਰਾਂਗੇ ਕਮੀ ਪੇਸ਼ੀ। ਲੇਕਿਨ ਲਾਈਕ ਜ਼ਰੂਰ ਕਰਿਓ ਜੇਕਰ ਤੁਹਾਨੂੰ ਸਮਝ ਆ ਰਿਹਾ ਵੀ ਮੈਂ ਕਿ ਤੁਹਾਨੂੰ ਡਿਲੀਵਰ ਕਰਨਾ ਚਾਹ ਰਿਹਾ। ਜਿੰਨੇ ਨੰਬਰ ਆਫ ਲਾਈਕਸ ਮਿਲਦੇ ਨੇ ਦੈਟ ਮੀਨਸ ਮੈਂ ਉਹਨੇ ਬੱਚਿਆਂ ਨੂੰ ਸਮਝਾ ਪਾ ਰਿਹਾ, ਦੈਟ ਮੀਨਸ ਕਿ ਉਹ ਸਿੱਖ ਰਹੇ ਨੇ ਕੁਛ ਨਾ ਕੁਛ। ਅਤੇ ਸ਼ੇਅਰ ਵੀ ਕਰਿਓ ਜੀ ਤਾਂ ਕਿ ਹੋਰ ਬੱਚੇ ਵੀ ਆਪਣੇ ਨਾਲ ਜੁੜਨ। ਅਤੇ ਥੈਂਕ ਯੂ ਜੀ। ਅਤੇ ਜੇਕਰ ਤੁਹਾਡੀ ਕੋਈ ਸੁਜੈਸ਼ਨ ਹੈ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਸਕਦੇ ਹੋ। ਆਈ ਵਿਲ ਡੈਫੀਨੇਟਲੀ ਵਰਕ ਔਨ ਦੈਟ। ਤਾਂ ਥੈਂਕ ਯੂ। ਜਲਦੀ ਮਿਲਾਂਗੇ ਨਵੀਂ ਵੀਡੀਓ ਤੱਕ। ਤਦ ਤੱਕ ਜੈ ਹਿੰਦ।